ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਹਾਂਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਪਨੋ ਪਲਟ ਸਰੂਪ ਕਿਰਪਾਲਾ ਚੜੇ ਬਿਵਾਨ ਉਪਰ ਤਤ ਕਾਲਾ। ਤਿਹ ਛਿਨ ਦੋਨੋਂ ਸੁਤ ਚੱਲ ਆਏ ਸੁਨਤ ਰੌਰ ਹਿਰਦੇ ਬਿਸਮਾਏ। ਆਪਨੋ ਪਲਟ ਸਰੂਪ ਕਿਰਪਾਲਾ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਜ਼ਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤ ਜਿਤਨੀਆਂ ਸੰਗਤਾਂ ਆਪ ਜੀ ਸਰਵਣ ਕਰ ਰਹੀਆਂ ਹੋ ਦੋਵੇਂ ਹੱਥ ਜੋੜ ਕੇ ਅਦਬ ਸਤਿਕਾਰ ਸਹਿਤ ਸਿਰ ਝੁਕਾ ਕੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਾਵਨ ਪਵਿੱਤਰ ਕਥਾ
ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਆਪ ਜੀ ਬੜੇ ਹੀ ਪਿਆਰ ਦੇ ਨਾਲ ਸਰਵਣ ਕਰਦੇ ਹੋ। ਆਓ ਸਾਰੀਆਂ ਸੰਗਤਾਂ ਆਪਣੀਆਂ ਹਾਜ਼ਰੀਆਂ ਲਵਾਈਏ। ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਸ ਸੰਸਾਰ ਦੇ ਵਿੱਚ ਬੇਅੰਤ ਸੰਗਤਾਂ ਦਾ ਭਲਾ ਕਰਕੇ ਤਾਰੇ ਗਿਣੇ ਜਾਤ ਹੈ, ਤੇਰੇ ਤਾਰੇ ਨਾ ਗਿਨਾਤ ਹੈ। ਇੱਕ ਕਵੀ ਲਿਖਦਾ, ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਮਹਾਰਾਜ ਤਾਰੇ ਤੇ ਗਿਣੇ ਜਾ ਸਕਦੇ ਹੈ, ਪਰ ਸਤਿਗੁਰੂ ਜਿਨ੍ਹਾਂ ਨੂੰ ਤੁਸਾਂ ਨੇ ਤਾਰਿਆ ਨਾ, ਉਹਨਾਂ ਦੀ ਕੋਈ ਗਿਣਤੀ ਨਹੀਂ ਹੈ। ਭਾਵ ਬੇਅੰਤ ਹੀ ਹਨ। ਬੇਅੰਤਾਂ ਨੂੰ ਤਾਰ ਕੇ ਸੰਸਾਰ ਵਿੱਚ ਵਾਹਿਗੁਰੂ ਜੀ ਦੇ ਨਾਮ ਦਾ ਛੱਟਾ ਦੇ ਕੇ ਸਤਿਨਾਮ ਦਾ ਚੱਕਰ ਫਿਰਾਇਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਰੀਰ ਤਿਆਗਿਆ ਹੈ। ਕੱਲ੍ਹ ਆਪ ਜੀ ਨੇ ਕਥਾ ਸਰਵਣ ਕੀਤੀ। ਸਾਧ ਸੰਗਤ ਜੀ, ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ, ਸਤਿਗੁਰੂ ਜੀ ਨੇ ਸਰੀਰ ਤਿਆਗਣ ਦੀ ਸਾਰੀ ਤਿਆਰੀ ਕੀਤੀ। ਉਸ ਸਮੇਂ ਬੜੇ ਬੜੇ ਵੱਡੇ ਰਾਜੇ ਮਹਾਰਾਜੇ, ਜਗਿਆਸੂ, ਸਿੱਖ, ਸੰਤ, ਸਾਧ, ਸੰਗਤਾਂ, ਸਿੱਧ, ਨਾਥ, ਜਤੀ ਜਿੱਥੇ ਆਏ ਹੈ, ਉੱਥੇ ਬੜੇ ਬੜੇ ਦੇਵਤੇ ਵੀ ਗੁਪਤ ਰੂਪ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਝੁਕੇ ਹੈ। ਆ ਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ। ਸਭਨਾਂ ਨੇ ਗੁਰੂ ਸਾਹਿਬ ਦੀ ਵਡਿਆਈ ਕੀਤੀ ਹੈ। ਮਹਾਰਾਜ ਆਪ ਜਿਸ ਅਸਥਾਨ 'ਤੇ ਮਹਾਰਾਜ ਨੇ ਸਰੀਰ ਤਿਆਗਣਾ, ਮਹਾਰਾਜ ਆਪ ਉੱਥੇ ਲੇਟੇ ਆ। ਮਹਾਰਾਜ ਜੀ ਦੇ ਲਾਗੇ ਲਾਗੇ ਸਿੱਖ ਸੰਗਤਾਂ ਬੈਠੀਆਂ ਨੇ, ਕੀਰਤਨ ਹੋ ਰਿਹਾ। ਸਾਰਿਆਂ ਨੂੰ ਮਿਲ ਕੇ ਗਿਲ ਕੇ ਮਹਾਰਾਜ ਗਰੀਬ ਨਵਾਜ ਮਿਲ ਗਿਲ ਕੇ ਮਹਾਰਾਜ ਜੀ ਨੇ ਸਰੀਰ ਤਿਆਗਣਾ। ਅਖੀਰਲੇ ਸਮੇਂ ਮਾਤਾ ਸੁਲੱਖਣੀ ਜੀ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਪੁੱਤਰਾਂ ਨੂੰ ਸੁਨੇਹਾ ਭੇਜ ਦਿਓ। ਸਾਧ ਸੰਗਤ ਜੀ, ਭਾਈ ਸਿਧਾਰਣ ਜੀ ਮਹਾਰਾਜ ਜੀ ਦੇ ਪੁੱਤਰਾਂ ਦੇ ਕੋਲ ਗਏ ਆ, ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਦੇ ਕੋਲ। ਅਜੇ ਉਹਨਾਂ ਮਹਾਰਾਜ ਤੱਕ ਪਹੁੰਚਣਾ ਹੈ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਸਰੀਰ ਤਿਆਗ ਗਏ ਹੈ। ਇੱਥੋਂ ਹੁਣ ਅੱਗੋਂ ਕਥਾ ਸਰਵਣ ਕਰੀਏ। ਸਾਰੀਆਂ ਸਿੱਖ ਸੰਗਤਾਂ ਧਰੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ। ਗੱਜ ਕੇ ਆਖੋ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ, ਆਪਨੋ ਪਲਟ ਸਰੂਪ ਕਿਰਪਾਲਾ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣਾ ਨਿੱਜੀ ਜਿਹੜਾ ਸਰੂਪ ਹੈ ਉਹ ਭਾਈ ਲਹਿਣਾ ਜੀ ਦੇ ਵਿੱਚ ਪਲਟਿਆ। ਚੜੇ ਬੇਵਾਨ ਉਪਰ ਤਤ ਕਾਲਾ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਉਹਨਾਂ ਨੂੰ ਬਣਾ ਦਿੱਤਾ। ਆਪ ਸੱਚੇ ਪਾਤਸ਼ਾਹ ਸੁੰਦਰ ਬਿਬਾਨ ਤੇ ਸੱਜ ਗਏ ਹੈ, ਸੂਖਸ਼ਮ ਰੂਪ ਵਿੱਚ। ਜਿਸ ਬਿਬਾਨ ਨੂੰ ਮੋਢਾ ਲਾਉਣ ਵਾਸਤੇ ਵੱਡੇ ਵੱਡੇ ਦੇਵਤੇ ਵੀ ਤਰਸਨ ਦਏ ਹੈ ਜੀ। ਹਾਂਜੀ, ਤੇਹ ਛਿਨ ਦੋਨੋਂ ਸੁਤ ਚੱਲ ਆਏ। ਉਸੇ ਇਧਰੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਸੂਖਸ਼ਮ ਰੂਪ ਵਿੱਚ ਬਿਬਾਨ ਵਿੱਚ ਸੱਜ ਗਏ। ਸੱਚਖੰਡ ਨੂੰ ਮਹਾਰਾਜ ਜੀ ਨੇ ਚਾਲਾ ਪਾਇਆ। ਉਧਰੋਂ ਸਾਧ ਸੰਗਤ ਜੀ ਮਹਾਰਾਜ ਜੀ ਦੇ ਦੋਵੇਂ ਪੁੱਤਰ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਚੱਲ ਕੇ ਆ ਗਏ ਹਨ। ਸੁਨਤ ਰੌਰ ਹਿਰਦੇ ਬਿਸਮਾਏ। ਜਦੋਂ ਨੂੰ ਪਹੁੰਚੇ ਸਿੱਖ ਸੰਗਤਾਂ ਬੈਰਾਗ ਕਰ ਰਹੀਆਂ ਸਨ। ਬੈਰਾਗ ਕਰ ਰਹੀਆਂ, ਉੱਚੀ ਉੱਚੀ ਵੀ ਸੰਗਤਾਂ ਬੈਰਾਗ ਕਰ ਰਹੀਆਂ ਸਨ। ਤੇ ਬਾਬਾ ਸ੍ਰੀ ਚੰਦ ਜੀ ਹੋਣੀ ਹੈਰਾਨ ਹੋਏ ਵੀ ਸੰਗਤ ਬੈਰਾਗ ਕਿਉਂ ਕਰ ਰਹੀ ਹੈ। ਹਾਂਜੀ, ਪੀਰ ਅਧਿਕ ਜਾਵਨ ਮਗ ਨਾਹੀ। ਸਾਧ ਸੰਗਤ ਜੀ, ਸੰਗਤ ਬਹੁਤ ਜ਼ਿਆਦਾ ਸੀਗੀ। ਇੰਨੀ ਜ਼ਿਆਦਾ ਸੰਗਤ ਸੀ ਵੀ ਦੋਵਾਂ ਪੁੱਤਰਾਂ ਨੂੰ ਸਤਿਗੁਰਾਂ ਦੇ ਸਰੀਰ ਤੱਕ ਪਹੁੰਚਦਿਆਂ ਵੀ ਬੜਾ ਸਮਾਂ ਲੱਗ ਗਿਆ ਜੀ। ਸੰਗਤ ਬੜੀ ਵੱਡੀ ਗਿਣਤੀ 'ਚ ਪਹੁੰਚੀ ਹੋਈ ਸੀ। ਹਾਂਜੀ, ਦੁਸ਼ਟਰ ਹੋਵੇ ਪਹੁੰਚੇ ਪ੍ਰਭ ਪਾਹੀ। ਬੜੀ ਔਖਿਆਈ ਦੇ ਨਾਲ ਬਾਬਾ ਸ੍ਰੀ ਚੰਦਰ ਜੀ ਤੇ ਲਖਮੀ ਦਾਸ ਜੀ ਆਪਣੇ ਪਿਤਾ ਜੀ ਦੇ ਸਰੀਰ ਲਾਗੇ ਪਹੁੰਚੇ ਜੀ।
ਹਾਂਜੀ। ਦੇਖ ਸੁਲਖਣੀ ਸੁਤ ਸੋ ਪਾਖੀ। ਤੇ ਜਦੋਂ ਆ ਕੇ ਸਾਹਿਬਜ਼ਾਦਿਆਂ ਨੇ ਬਾਬਾ ਜੀ, ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਨੇ ਕੀ ਦੇਖਿਆ? ਸਾਡੇ ਪਿਤਾ ਜੀ ਸਰੀਰ ਤਿਆਗ ਗਏ ਹਨ। ਮਹਾਰਾਜ ਗਰੀਬ ਨਵਾਜ ਸੱਚਖੰਡ ਚਲੇ ਗਏ ਐ। ਇਹ ਵੇਖਿਆ, ਆ ਕੇ ਦਰਸ਼ਨ ਕੀਤੇ। ਮਾਤਾ ਸੁਲੱਖਣੀ ਜੀ ਆਪਣੇ ਦੋਵਾਂ ਪੁੱਤਰਾਂ ਨੂੰ ਇਸ ਤਰ੍ਹਾਂ ਕਹਿਣ ਲੱਗੇ। ਹਾਂਜੀ, ਪੂਰਬ ਕਿਉਂ ਨਾ ਆਏ ਅਸ ਕਾਂਖੀ। ਕਹਿਣ ਲੱਗੇ ਤੁਸੀਂ ਪਹਿਲਾਂ ਕਿਉਂ ਨਹੀਂ ਆਉਣ ਦੀ ਇੱਛਾ ਕੀਤੀ? ਹੁਣ ਜੋ ਆਏ ਹੋ, ਪਹਿਲਾਂ ਕਿਉਂ ਨਹੀਂ ਆਏ ਤੁਸੀਂ? ਹਾਂਜੀ, ਰਹੇ ਬੁਲਾਏ ਪਠੇ ਦੋਏ ਬਾਰੀ। 2 ਵਾਰ ਤੁਹਾਨੂੰ ਤੁਹਾਡੇ ਪਿਤਾ ਜੀ ਨੇ ਸੇਵਕ ਭੇਜ ਕੇ ਸੱਦਿਆ, ਬੁਲਾਵਾ ਭੇਜਿਆ ਤੁਹਾਡੇ ਵੱਲ। ਹਾਂਜੀ, ਆਏ ਨਹੀਂ ਨ ਨੀਕ ਵਿਚਾਰੀ। ਪਰ ਤੁਸੀਂ ਉਦੋਂ ਵਿਚਾਰ ਨਹੀਂ ਕੀਤੀ ਤੇ ਤੁਸੀਂ ਚੱਲ ਕੇ ਨਹੀਂ ਆਏ, ਦਰਸ਼ਨ ਨਹੀਂ ਕੀਤੇ ਉਸ ਸਮੇਂ। ਹਾਂਜੀ, ਪੀਛੇ ਆਏ ਰਹੋ ਪਛਤਾਈ। ਹੁਣ ਤੁਸੀਂ ਆ ਗਏ ਹੋ ਪੁੱਤਰ, ਹੁਣ ਤੇ ਪਛਤਾਉਣਾ ਹੀ ਰਹਿ ਗਿਆ। ਕਿਉਂ? ਮਹਾਰਾਜ ਸਰੀਰ ਤਿਆਗ ਗਏ ਸੱਚੇ ਪਾਤਸ਼ਾਹ। ਹਾਂਜੀ, ਅਬ ਤਉ ਗਏ ਸਮਾਏ ਗੁਸਾਈ। ਹੁਣ ਤੇ ਮਹਾਰਾਜ ਸਮਾ ਗਏ ਐ ਤੇ ਹੁਣ ਤੇ ਪਛਤਾਉਣਾ ਹੀ ਰਹਿ ਗਿਆ। ਹਾਂਜੀ, ਸ਼੍ਰੀ ਚੰਦ ਸੁਨ ਲਖਮੀ ਦਾਸ। ਜਦੋਂ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਨੇ ਸੰਗਤ ਜੀ ਇਹ ਬਚਨ ਸੁਣੇ ਆ। ਹਾਂਜੀ, ਬਿਸਮੈ ਹੋਵੇ ਭਏ ਦਰਸ਼ਨ ਨਿਰਾਸ। ਉਹ ਹੈਰਾਨ ਹੋ ਗਏ ਜੀ, ਹੈਰਾਨ ਹੋ ਗਏ। ਇਸ ਗੱਲ ਦਾ ਮਨ ਵਿੱਚ ਝੋਰਾ ਵੀ ਲੱਗ ਗਿਆ, ਅਖੀਰਲੇ ਸਮੇਂ ਸਾਨੂੰ ਆਪਣੇ ਪਿਤਾ ਜੀ ਦੇ ਦਰਸ਼ਨ ਨਹੀਂ ਹੋਏ। ਹਾਂਜੀ, ਆਪਨੋ ਦੋਸ ਜਾਨ ਪਛਤਾਏ। ਕਮਾਈ ਵਾਲੇ ਨੇ ਆਪਣਾ ਦੋਸ਼ ਸਮਝਿਆ। ਸੰਗਤ ਜੀ, ਜਿਨ੍ਹਾਂ ਦੇ ਪੱਲੇ ਕੁਝ ਹੁੰਦਾ ਉਹ ਆਪਣਾ ਦੋਸ਼ ਆਪੇ ਹੀ ਸਮਝ ਲੈਂਦੇ ਜੀ। ਆਪਣਾ ਦੋਸ਼ ਸਮਝ ਕੇ ਬੜਾ ਪਛਤਾਏ, ਅਸੀਂ ਕਿਉਂ ਨਹੀਂ ਮਹਾਰਾਜ ਦੇ ਕੋਲ ਆਏ। ਹਾਂਜੀ, ਕਵ ਸੰਤੋਖ ਸਿੰਘ ਸਰਦਾ ਪਾਏ। ਪਰ ਕਵੀ ਸੰਤੋਖ ਸਿੰਘ ਕਹਿੰਦੇ ਸੰਗਤ ਜੀ ਮੇਰੇ ਤੇ ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ, ਮੈਨੂੰ ਆਪਣੀ ਸ਼ਰਧਾ ਬਖਸ਼ਿਸ਼ ਕੀਤੀ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਸ ਸੰਗਤ ਜੀ ਡੋਲਿਓ ਨਾ, ਕੋਈ ਕੂੜ ਪ੍ਰਚਾਰਕ ਜੋ ਮਰਜ਼ੀ ਆਖੀ ਜਾਵੇ, ਡੋਲਿਓ ਨਾ ਤੇ ਗੁਰੂ ਨਾਨਕ ਸਾਹਿਬ ਜੀ ਤੇ ਸ਼ਰਧਾ ਰੱਖਿਓ, ਪ੍ਰੇਮ ਰੱਖਿਓ, ਭਰੋਸਾ ਰੱਖਿਓ ਸਤਿਗੁਰਾਂ ਦੇ ਉੱਤੇ। ਹਾਂਜੀ, ਚੌਪਈ ਸ਼੍ਰੀ ਚੰਦ ਤਬ ਲਖਮੀ ਦਾਸ। ਬਹੁਤ ਵੱਡੀ ਗਿਣਤੀ 'ਚ ਸੰਗਤ ਹੈ। ਮਹਾਰਾਜ ਗਰੀਬ ਨਵਾਜ ਜੀ ਦਾ ਸਰੀਰ ਪਿਆ ਹੈ ਤੇ ਐ ਚਿਹਰਾ ਮਹਾਰਾਜ ਜੀ ਦਾ ਖਿੜਿਆ ਹੋਇਆ, ਲਾਲੀਆਂ ਭਖ ਰਹੀਆਂ ਤੇ ਸਰੀਰ ਛੱਡ ਦਿੱਤਾ ਮਹਾਰਾਜ ਨੇ। ਮਾਤਾ ਸੁਲੱਖਣੀ ਜੀ ਵੀ ਬੈਠੇ ਐ, ਬੈਰਾਗ ਕਰਦੇ ਐ। ਬਾਬਾ ਬੁੱਢਾ ਜੀ ਵੀ ਸੰਗਤ ਵਿੱਚ ਹਨ। ਉਸ ਸਮੇਂ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਨੇ ਪਿਤ ਆਗੈ ਕੀਨੀ ਅਰਦਾਸ। ਆਪਣੇ ਪਿਤਾ ਜੀ ਦੇ ਅੱਗੇ ਅਰਦਾਸ ਕੀਤੀ ਜੀ, ਹੱਥ ਜੋੜ ਲਏ, ਬੈਰਾਗ ਆ ਗਿਆ ਮਨ 'ਚ। ਹਾਂਜੀ, ਹਾਥ ਬੰਦ ਦੋਨੋਂ ਹੋਵੇ ਠਾਂਡੇ। ਦੋਵੇਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਨਿਰੰਕਾਰ ਕਰਤਾਰ ਪਰਮੇਸ਼ਰ ਰੱਬ ਮਹਾਰਾਜ ਜੀ ਦੇ ਚਰਨਾਂ ਵਾਲੇ ਪਾਸੇ ਖਲੋ ਗਏ ਜੀ। ਸਤਿਗੁਰਾਂ ਦੇ ਚਰਨਾਂ ਵਾਲੇ ਪਾਸੇ ਖਲੋ ਕੇ ਹੱਥ ਜੋੜ ਲਏ। ਹਿਰਦੇ ਮਹਿ ਸਰਦਾ ਅਤ ਬਾਡੇ। ਹੁਣ ਹਿਰਦੇ ਵਿੱਚ ਸ਼ਰਧਾ ਵਧਾਈ ਜੀ। ਕਈ ਵਾਰੀ ਸਮਾਂ ਲੰਘ ਜਾਂਦਾ, ਬੰਦੇ ਨੂੰ ਪਤਾ ਨਹੀਂ ਲੱਗਦਾ ਸੰਗਤ ਜੀ। ਹੁਣ ਹਿਰਦੇ ਵਿੱਚ ਸ਼ਰਧਾ ਵਧਾਈ ਪੂਰੀ। ਹਾਂਜੀ, ਹੇ ਜਗਤੇਸ਼ ਸਰਬ ਸੁਖ ਦਾਨੀ। ਹੇ ਜਗਤ ਦੇ ਈਸ਼ਵਰ, ਹੇ ਸਾਰਿਆਂ ਨੂੰ ਸੁਖ ਦੇਣ ਵਾਲੇ ਸੱਚੇ ਪਾਤਸ਼ਾਹ। ਹੇ ਸਰਬੱਗਿਆ ਸਰਬ ਗੁਣ ਖਾਨੀ। ਮਹਾਰਾਜ ਆਪ ਜੀ ਸਮਰੱਥ ਹੋ, ਸਭ ਕੁਝ ਤੁਹਾਡੇ ਹੱਥ ਵਿੱਚ ਹੈ, ਤੁਸੀਂ ਸਭ ਗੁਣਾਂ ਦੀ ਖਾਣ ਹੋ ਮਹਾਰਾਜ। ਹਾਂਜੀ, ਸਭ ਵਿਦ ਪੂਰਨ ਹੋ ਸਮਰੱਥਾ। ਤੁਸੀਂ ਹਰ ਤਰੀਕੇ ਨਾਲ ਸਮਰੱਥ ਹੋ। ਪਿਆਰਿਓ, ਛੱਡੇ ਹੋਏ ਸਰੀਰ ਦੇ ਅੱਗੇ ਬੇਨਤੀਆਂ ਕਰਨ ਦੇ ਬਾਬਾ ਸ੍ਰੀ ਚੰਦ ਜੀ। ਹਾਂਜੀ, ਰਾਉਰ ਕੇ ਗੁਣ ਅਹ ਅਕਥਾ। ਹੇ ਮਹਾਰਾਜ, ਤੁਹਾਡੇ ਇੰਨੇ ਗੁਣ ਨੇ ਅਸੀਂ ਕਹਿ ਨਹੀਂ ਸਕਦੇ। ਹੁਣ ਸ਼ਰਧਾ ਆ ਗਈ ਨਾ ਮਨ ਵਿੱਚ। ਹਾਂਜੀ, ਅਪਰ ਨਰ ਨ ਸੇ ਤੁਮ ਕੋ ਮਾਨਤ। ਮਹਾਰਾਜ ਸਾਡੇ ਕੋ ਭੁੱਲ ਹੋ ਗਈ, ਅਸੀਂ ਆਮ ਮਨੁੱਖ ਹੀ ਸਮਝਦੇ ਰਹੇ।
ਕਿ ਜਿਵੇਂ ਤੁਸੀਂ ਪਹਿਲਾਂ ਕੋਈ ਚੋਜ ਕੀਤਾ ਉਵੇਂ ਹੁਣ ਫਿਰ ਕੋਈ ਚੋਜ ਹੀ ਹੈ। ਹਾਂਜੀ, ਜਗ ਕਰਤਾ ਇਹ ਭੇਦ ਨਾ ਜਾਣਤ। ਪਰ ਤੁਸੀਂ ਰੱਬ ਪਰਮੇਸ਼ਰ ਹੋ, ਇਹਦਾ ਅਸੀਂ ਭੇਦ ਨਾ ਪਾ ਸਕੇ ਤੇ ਮਨਮਤ ਕਰ ਬੈਠੇ। ਹਾਂਜੀ, ਅਬੈ ਪ੍ਰਤੀਤ ਤੁਮਾਰੀ ਆਈ। ਹੁਣ ਸਾਨੂੰ ਯਕੀਨ ਹੋ ਗਿਆ, ਸਾਨੂੰ ਭਰੋਸਾ ਹੋ ਗਿਆ। ਹਾਂਜੀ, ਤ੍ਰਿਲੋਕੀ ਪਤ ਸੰਕ ਨਾ ਰਾਈ। ਇਹ ਤੁਸੀਂ ਤਿੰਨਾਂ ਲੋਕਾਂ ਦੇ ਮਾਲਕ ਹੋ, ਹੁਣ ਸ਼ੰਕਾ ਨਹੀਂ ਰਹੀ। ਪਿਆਰਿਓ, ਪਹਿਲਾਂ ਕੀ ਸ਼ੰਕਾ ਸੀ? ਜਦੋਂ ਮਹਾਰਾਜ ਸਰੀਰ ਤਿਆਗਣ ਲੱਗੇ, ਮਾਤਾ ਜੀ ਨੇ 2 ਦਿਨ ਦਾ ਸਮਾਂ ਮੰਗ ਲਿਆ। ਮਹਾਰਾਜ ਨੇ ਕਿਹਾ ਕੋਈ ਨਹੀਂ, 2 ਦਿਨ ਬਾਅਦ ਸਰੀਰ ਤਿਆਗ ਦਿਆਂਗੇ। ਔਰ ਐਨ 2 ਦਿਨਾਂ ਬਾਅਦ ਮਹਾਰਾਜ ਨੇ ਸਰੀਰ ਤਿਆਗ ਦਿੱਤਾ। ਬਾਬਾ ਜੀ ਹੋਣਾ ਨੂੰ ਹੁਣ ਪਤਾ ਲੱਗ ਗਿਆ ਮਹਾਰਾਜ ਆਪ ਪਰਮੇਸ਼ਰ ਹਨ। ਹਾਂਜੀ, ਬਿਨਾ ਮਿਲੇ ਅਬ ਆਪ ਸਮਾਏ। ਤੇ ਹੁਣ ਤੁਸੀਂ ਮਹਾਰਾਜ ਸਾਨੂੰ ਬਿਨਾ ਮਿਲਣ ਤੋਂ ਹੀ ਸਰੀਰ ਤਿਆਗ ਦਿੱਤਾ। ਹਾਂਜੀ, ਹਮ ਰਹਿ ਗਏ ਹਿਰਦੇ ਪਛਤਾਏ। ਅਸੀਂ ਤੇ ਪਛਤਾਉਂਦੇ ਹੀ ਰਹਿ ਗਏ। ਤੇ ਪਿਆਰਿਓ, ਇਹੋ ਜਿਹਾ ਪਛਤਾਵਾ ਫਿਰ ਸਾਰੀ ਸਾਰੀ ਉਮਰ ਨਹੀਂ ਬੰਦੇ ਦਾ ਲੱਥਦਾ ਜੀ, ਦੂਰ ਨਹੀਂ ਹੁੰਦਾ। ਹਾਂਜੀ, ਅਬੈ ਬਦੀ ਅਬੇ ਲਾਖ ਬੇਸਾਲਾ। ਹੁਣ ਸਾਡੇ ਵਿੱਚ ਬੜੀ ਇੱਛਾ ਵੱਧ ਗਈ ਮਹਾਰਾਜ। ਹਾਂਜੀ, ਦਰਸ ਆਪ ਕਾ ਕਰਨ ਕਿਰਪਾਲਾ। ਮਹਾਰਾਜ ਹੈ ਕਿਰਪਾਲੂ ਜੀ, ਹੁਣ ਅਸੀਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਆ। ਹਾਂਜੀ, ਸੁਨ ਕੇ ਬਿਨੈ ਪ੍ਰਸਿੱਧ ਹੋ ਤਾਤਾ। ਸਿਮਹਾ ਕਰੋ ਭੂਲੇ ਪਛਚਾਤਾ। ਤੇ ਹੈ ਮਹਾਰਾਜ ਸੱਚੇ ਪਾਤਸ਼ਾਹ, ਸਾਡੇ ਕੋ ਭੁੱਲ ਹੋ ਗਈ, ਕਿਰਪਾ ਕਰੋ, ਦਇਆ ਕਰੋ, ਤਰਸ ਕਰੋ ਤੇ ਸਾਨੂੰ ਦਰਸ਼ਨ ਦਿਓ, ਸਾਨੂੰ ਦਰਸ਼ਨ ਦਿਓ। ਹਾਂਜੀ, ਤੁਮਕੋ ਸ਼੍ਰੀ ਕਰਤਾਰ ਦੁਹਾਈ। ਮਹਾਰਾਜ ਤੁਹਾਨੂੰ ਕਰਤਾਰ ਦਾ ਵਾਸਤਾ ਚ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। 2 ਵਾਰੀ ਕਰਤਾਰ ਦਾ ਵਾਸਤਾ ਗੁਰੂ ਨਾਨਕ ਸਾਹਿਬ ਜੀ ਨੂੰ ਪਾਇਆ ਗਿਆ। ਪਿਆਰਿਓ, ਇੱਕ ਪਾਇਆ ਸੀ ਮੌਲਾਨੇ ਨੇ, ਜਦੋਂ ਮਹਾਰਾਜ ਬਚਪਨ ਵਿੱਚ ਉਦਾਸ ਬਿਰਤੀ ਧਾਰਨ ਕਰਕੇ ਲੰਮੇ ਪੈ ਗਏ। ਮੌਲਾਨੇ ਨੇ ਕਿਹਾ ਸੀ, ਨਾਨਕ ਜੀ ਤੁਹਾਨੂੰ ਖੁਦਾ ਦਾ ਵਾਸਤਾ, ਉਠੋ। ਅੱਜ ਬਾਬਾ ਸ੍ਰੀ ਚੰਦ ਜੀ ਹੋਣੀ ਵਾਸਤਾ ਪਾਉਂਦੇ, ਮਹਾਰਾਜ ਪਿਤਾ ਜੀ ਤੁਹਾਨੂੰ ਸ਼੍ਰੀ ਪਰਮੇਸ਼ਰ ਦਾ ਵਾਸਤਾ, ਉਠੋ, ਦੁਹਾਈ। ਹਾਂਜੀ, ਬੋਲੇ ਮਿਲੇ ਬਿਨਾ ਜੇ ਜਾਈ। ਸਾਨੂੰ ਮਿਲਣ ਤੋਂ ਬਗੈਰ, ਸਾਡੇ ਨਾਲ ਬਚਨ ਕਰਨ ਤੋਂ ਬਗੈਰ ਨਹੀਂ ਤੁਸੀਂ ਜਾਣਾ। ਹਾਂਜੀ, ਪੂਰਬ ਜਿਉ ਦੁਵੈ ਘਟਕਾ ਔਰੀ। ਹਾਂਜੀ। ਹਮ ਸੋ ਬੋਲੋ ਮਿਲੋ ਬਹੌਰੀ। ਭਾਵੇਂ 2 ਘੜੀਆਂ ਹੀ ਰੁਕੋ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਸ ਪਹਿਲਾਂ ਵਾਰੀ ਉੱਠ ਕੇ ਵਾਹਿਗੁਰੂ ਪਹਿਲਾਂ ਵਾਂਗ ਉੱਠ ਕੇ ਬੈਠ ਜਾਓ, ਭਾਵੇਂ 2 ਘੜੀਆਂ ਹੀ ਸਾਡੇ ਕੋਲ ਰਹਿ ਜਾਓ। ਪਿਆਰਿਓ, ਕਰਤਾਰ ਪਰਮੇਸ਼ਰ ਦੀ ਦੁਹਾਈ ਪਾ ਕੇ ਬਾਬਾ ਸ੍ਰੀ ਚੰਦ ਜੀ ਹੋਣਾ 2 ਘੜੀਆਂ ਗੁਰੂ ਨਾਨਕ ਸਾਹਿਬ ਕੋਲੋਂ ਮੰਗੀਆਂ। ਹਾਂਜੀ, ਆਸ ਅਰਦਾਸ ਕੀਨ ਜਬ ਦੋਈ। ਪਿਆਰਿਓ, ਜਦੋਂ ਇਸ ਤਰੀਕੇ ਨਾਲ ਗੁਰੂ ਸਾਹਿਬ ਜੀ ਦੇ ਦੋਵਾਂ ਪੁੱਤਰਾਂ ਨੇ ਚਰਨਾਂ ਵਾਲੇ ਪਾਸੇ ਖਲੋ ਕੇ ਬੈਰਾਗੀ ਹੋ ਕੇ ਅਰਦਾਸ ਕੀਤੀ, ਚਾਹੋ ਦਿਸ ਭੀਰ ਅਧਿਕ ਤਬ ਹੋਈ। ਉਸ ਸਮੇਂ ਬੜੀ ਭੀੜ ਸੀ ਆਲੇ ਦੁਆਲੇ, ਬੜੀਆਂ ਸੰਗਤਾਂ ਸਨ ਆਲੇ ਦੁਆਲੇ, ਹਜ਼ਾਰਾਂ ਸਿੱਖ ਸੰਗਤਾਂ ਨੇ। ਹਾਂਜੀ, ਅਹ ਸੁਲਖਣੀ ਚਰਨਨ ਪਾਸੂ। ਮਾਤਾ ਸੁਲੱਖਣੀ ਜੀ ਵੀ ਮਹਾਰਾਜ ਜੀ ਦੇ ਚਰਨਾਂ ਵਾਲੇ ਪਾਸੇ ਹੀ ਬੈਠੇ ਹੈ। ਹਾਂਜੀ, ਲੋਚਨ ਤੇ ਗੇਰਤ ਬਹੁ ਆਸੂ। ਤੇ ਮਾਤਾ ਜੀ ਆਪਣੇ ਨੇਤਰਾਂ ਤੋਂ ਹੰਝੂ ਕੇਰ ਰਹੇ, ਬੈਰਾਗ ਹੈ। ਮਹਾਰਾਜ ਗਰੀਬ ਨਵਾਜ ਸਰੀਰ ਤਿਆਗ ਗਏ ਹਨ। ਹਾਂਜੀ, ਭੂਪਤ ਸ਼ਾਹੇ ਬ੍ਰਿਪ ਸਿੱਖ ਬ੍ਰਿੰਦਾ। ਬੜੇ ਰਾਜੇ, ਸ਼ਾਹੂਕਾਰ, ਬੜੇ ਬੜੇ ਵਿਦਵਾਨ, ਸਿੱਖ ਸੰਗਤਾਂ। ਹਾਂਜੀ, ਸਤਨਾਮ ਸਿਮਰੈ ਸੁਖ ਕੰਦਾ। ਸਾਰੇ ਬੈਰਾਗ ਕਰਨ ਦੇ ਤੇ ਵਾਹਿਗੁਰੂ ਵੀ ਜਪ ਰਹੇ ਜੀ, ਸਿਮਰਨ ਕਰ ਰਹੇ। ਮਹਾਰਾਜ ਨੇ ਹੁਕਮ ਜੋ ਕੀਤਾ ਸੀਗਾ। ਹਾਂਜੀ, ਠਾਂਡੇ ਬੰਦੇ ਹਾਥ ਸਮੀਪਾ। ਹੱਥ ਜੋੜ ਕੇ ਸੰਗਤਾਂ ਖਲੋਤੀਆਂ, ਬੈਰਾਗ ਕਰ ਰਹੀਆਂ। ਹਾਂਜੀ, ਸੁਣੀ ਬਿਨੈ ਬੇਦੀ ਕੁਲ ਦੀਪਾ। ਉਧਰ ਮਹਾਰਾਜ ਗਰੀਬ ਨਵਾਜ ਸੱਚਖੰਡ ਨੂੰ ਜਾ ਰਹੇ ਹੈ ਤੇ ਮਹਾਰਾਜ ਗਰੀਬ ਨਵਾਜ ਜੀ ਨੇ ਆਪਣੇ ਪੁੱਤਰਾਂ ਦੀ ਬੇਨਤੀ ਸੁਣੀ ਜੀ, ਵੀ 2 ਘੜੀਆਂ ਦਾ ਸਮਾਂ ਸਾਡੇ ਕੋਲੋਂ ਮੰਗ ਰਹੇ। ਹਾਂਜੀ, ਤਾਤਨ ਸੋ ਬੋਲਨ ਕੇ ਕਾਰਨ। ਫਿਰ
ਪਛਤਾਵਾ ਹੀ ਨਾ ਇਹਨਾਂ ਨੂੰ ਰਹਿ ਜੇ ਸਾਰੀ ਉਮਰ ਦਾ ਆਪਣੇ ਪੁੱਤਰਾਂ ਦੇ ਨਾਲ ਬੋਲਣ ਵਾਸਤੇ। ਉਠ ਬੈਠੇ ਤਬ ਨਰਕ ਨਿਵਾਰਨ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਫੇਰ ਆਖੋ ਵਾਹਿਗੁਰੂ। ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਮੁੜ ਸਰੀਰ ਵਿੱਚ ਆ ਗਏ ਤੇ ਉੱਠ ਕੇ ਬੈਠ ਗਏ ਮਹਾਰਾਜ। ਉੱਠ ਕੇ ਬੈਠ ਗਏ। ਸਰੀਰ ਛੱਡ ਦਿੱਤਾ ਸੀ ਪਹਿਲਾਂ, ਪਰ ਮਹਾਰਾਜ ਗਰੀਬ ਨਵਾਜ ਮੁੜ ਉੱਠ ਕੇ ਬੈਠ ਗਏ ਜੀ। ਕਿਉਂ? ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਗੁਰੂ ਸਾਹਿਬ ਸਦਾ ਵਾਸਤੇ ਹੀ ਹੈ। ਹਾਂਜੀ। ਅਰੁਣ ਪ੍ਰਫੁੱਲਿਤ ਕਮਲ ਬੈਸਾਲਾ। ਜਦੋਂ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਉੱਠ ਕੇ ਬੈਠੇ, ਨੇਤਰ ਖੋਲੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਨੇ। ਬਦਨ ਸੁਹਾਵਤ ਅਸ ਤੇ ਕਾਲਾ। ਬੜਾ ਹੀ ਮੁਖ ਮਹਾਰਾਜ ਜੀ ਦਾ ਸੋਹਣਾ ਲੱਗ ਰਿਹਾ। ਮਹਾਰਾਜ ਗਰੀਬ ਨਵਾਜ ਉੱਠ ਕੇ ਚੌਂਕੜਾ ਮਾਰ ਕੇ ਬੈਠ ਗਏ। ਦੇਖ ਅਚੰਭ ਭਏ ਨਰ ਨਾਰੀ। ਜਿੰਨੀਆਂ ਸੰਗਤਾਂ ਸਾਰੀਆਂ ਹੀ ਹੈਰਾਨ ਹੋ ਗਈਆਂ। ਹੈ ਇਹ ਕੀ ਬਣ ਗਿਆ? ਹਾਂਜੀ। ਚਾਹੋ ਦਿਸ ਜੈ ਜੈਕਾਰ ਉਚਾਰੀ। ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਜੈ ਜੈਕਾਰ ਹੋਣ ਲੱਗ ਪਈ। ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ। ਸਭ ਸੰਗਤਾਂ ਮਹਾਰਾਜ ਦੀ ਜੈ ਜੈਕਾਰ ਕਰਨ ਲੱਗ ਪਈਆਂ। ਗੁਰੂ ਨਾਨਕ ਸਾਹਿਬ ਤੁਸੀਂ ਧੰਨ ਹੋ ਮਹਾਰਾਜ। ਹਾਂਜੀ। ਠਾਂਡੇ ਦਵੈ ਤਾਤਨ ਕੋ ਦੇਖਾ। ਮਹਾਰਾਜ ਗਰੀਬ ਨਵਾਜ ਉੱਠ ਕੇ ਬੈਠ ਗਏ। ਸਾਹਮਣੇ ਖਲੋਤੇ ਹੋਏ ਦੋਵਾਂ ਪੁੱਤਰਾਂ ਨੂੰ ਵੇਖਿਆ। ਹਾਂਜੀ। ਬੋਲੇ ਗੁਰ ਕਰ ਕਿਰਪਾ ਬਸੇਖਾ। ਮਹਾਰਾਜ ਗਰੀਬ ਨਵਾਜ ਕਿਰਪਾ ਦੇ ਘਰ ਵਿੱਚ ਆਏ। ਬੜੇ ਸਹਿਜੇ ਜੇ ਮਹਾਰਾਜ ਗਰੀਬ ਨਵਾਜ ਜੀ ਨੇ ਬਚਨ ਕੀਤਾ। ਜਾਚਤ ਤੇ ਜੀਵਨ ਬਹੁ ਮੇਰਾ। ਹਾਂਜੀ। ਸੋ ਪਾਵਤ ਅਬ ਹੁਤੀ ਨਾ ਦੇਰਾ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਜੇ ਤੁਸੀਂ ਸਾਡੇ ਕੋਲ ਬਹੁਤ ਲੰਮਾ ਸਮਾਂ ਵੀ ਜੀਵਨ ਮੰਗਦੇ ਤਾਂ ਵੀ ਅਸੀਂ ਰਹਿ ਪੈਣਾ ਸੀ। ਮਹਾਰਾਜ ਕਹਿਣ ਲੱਗੇ ਦੇਰ ਨਹੀਂ ਸੀ ਲੱਗਣੀ। ਹਾਂਜੀ। ਦੁਵੈ ਘਟਕਾ ਜਾਚੀ ਤੁਮ ਜੋਈ। ਪਰ ਮਹਾਰਾਜ ਕਹਿਣ ਲੱਗੇ ਤੁਸੀਂ ਤੇ 2 ਘੜੀਆਂ ਹੀ ਮੰਗੀਆਂ। ਹਾਂਜੀ। ਮੈਂ ਅਧੀਨ ਤੁਮਰੇ ਕਛ ਸੋਈ। ਪਰ ਅਸਲ ਵਿੱਚ ਤੁਹਾਡੇ ਵੱਸ ਵੀ ਕੁਝ ਨਹੀਂ ਹੈਗਾ। ਮਹਾਰਾਜ ਕਹਿਣ ਲੱਗੇ ਬਾਬਾ ਜੀ ਨੇ 2 ਘੜੀਆਂ ਮੰਗੀਆਂ ਨਾ। ਜੇ ਮਾਤਾ ਜੀ 2 ਦਿਨ ਮੰਗਦੇ ਤੇ ਮਹਾਰਾਜ 2 ਦਿਨ ਵੀ ਰਹਿ ਸਕਦੇ। ਇਹਨਾਂ 2 ਘੜੀਆਂ ਮੰਗੀਆਂ। ਮਹਾਰਾਜ 2 ਘੜੀਆਂ ਵਾਸਤੇ ਉੱਠ ਕੇ ਬੈਠ ਗਏ। ਪਿਆਰਿਓ 2 ਯੁੱਗ ਵੀ ਕਹਿੰਦੇ ਨਾ, ਮਹਾਰਾਜ ਨੇ 2 ਯੁੱਗ ਵੀ ਰਹਿ ਜਾਣਾ ਸੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। 500 ਸਾਲ ਪਹਿਲਾਂ ਦੀ ਤੇ ਗੱਲ ਹੈ। ਅਜੇ 500 ਸਾਲ ਵੀ ਨਹੀਂ ਹੋਏ ਮਹਾਰਾਜ ਗਰੀਬ ਨਵਾਜ ਜੀ ਦੇ ਸਰੀਰ ਤਿਆਗੇ ਨੂੰ, ਤੇ ਮਹਾਰਾਜ ਨੇ ਲੰਮਾ ਸਮਾਂ ਰਹਿ ਜਾਣਾ ਸੀ। ਪਰ 2 ਘੜੀਆਂ ਮੰਗੀਆਂ। ਮਹਾਰਾਜ ਕਹਿਣ ਲੱਗੇ ਤੁਹਾਡੇ ਵੱਸ ਦੀ ਗੱਲ ਵੀ ਨਹੀਂ। ਹਾਂ। ਨਿਰੰਕਾਰ ਭਾਵੀ ਜੋ ਆਹੀ। ਬਸ ਜੋ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ ਨਾ, ਜੋ ਪਰਮੇਸ਼ਰ ਨੂੰ ਮਨਜ਼ੂਰ ਹੁੰਦਾ ਹੈ, ਸੋਈ ਹੋਤ ਮਿਟੇ ਕਬ ਨਾਹੀ। ਜੋ ਉਹਦੀ ਭਾਵੀ ਹੁੰਦੀ ਹੈ ਉਹੋ ਹੀ ਹੁੰਦਾ ਹੈ। ਜੋ ਉਸ ਨੂੰ ਭਾਉਂਦਾ ਹੈ ਉਹ ਨਹੀਂ ਮਿਟਦਾ। ਪਰਮੇਸ਼ਰ ਨੂੰ ਭਾਉਂਦਾ ਹੀ ਇੰਝ ਸੀਗਾ। ਪਿਆਰਿਓ ਇਹ ਵੀ ਗੁਰੂ ਨਾਨਕ ਸਾਹਿਬ ਜੀ ਦੀ ਨਿਮਰਤਾ ਹੈ। ਕਿਸੇ 'ਚ ਇਹੋ ਜਿਹੀ ਤਾਕਤ ਛੱਡਿਆ ਹੋਇਆ ਸਰੀਰ ਮੁੜ ਵਾਪਸ ਆ ਜੇ ਜੀ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਸੱਚੇ ਪਾਤਸ਼ਾਹੀ ਨੇ ਐਸੇ। ਹਾਂਜੀ। ਅਬ ਜੋ ਹੈ ਤੁਮਰੇ ਮਨ ਮਾਹੀ। ਹੁਣ ਤੁਹਾਡੇ ਮਨ ਵਿੱਚ ਜੋ ਵੀ ਫੁਰਨਾ, ਹਾਂਜੀ, ਕਰੋ ਪ੍ਰਤੱਖ ਹਮਾਰੇ ਪਾਹੀ। ਮਹਾਰਾਜ ਕਹਿੰਦੇ ਪ੍ਰਤੱਖ ਗੱਲ ਕਰ ਲੋ, ਤੁਹਾਡੇ ਸਾਹਮਣੇ ਬੈਠੇ ਆ। ਪ੍ਰਤੱਖ ਗੱਲ ਕਰ ਲੋ, ਤੁਹਾਡੇ ਸਾਹਮਣੇ ਬੈਠੇ ਆ। ਹਾਂਜੀ। ਪੂਰਬ ਰਹੇ ਬੁਲਾਏ ਨਾ ਆਏ। ਮਹਾਰਾਜ ਕਹਿਣ ਲੱਗੇ ਪਹਿਲਾਂ ਤੁਹਾਨੂੰ ਬੁਲਾਉਂਦੇ ਰਹੇ ਅਸੀਂ, ਉਰੋਂ ਤੁਸੀਂ ਆਏ ਹੀ ਨਹੀਂ। ਹਾਂਜੀ। ਕਰੀ ਬਾਤ ਆਪਨ ਮਨ ਭਾਏ। ਉਰੋਂ ਤੁਸੀਂ ਆਪਣੇ ਮਨ ਦੀ ਭਾਉਂਦੀ ਗੱਲ ਕੀਤੀ। ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਦੋਂ ਉਹ ਕੀਤਾ। ਹਾਂਜੀ। ਤੇ ਛਿਨ ਸ਼੍ਰੀ ਚੰਦ ਕਰ ਬੰਦੇ। ਬਸ ਉਸ ਸਮੇਂ ਬਾਬਾ ਸ੍ਰੀ ਚੰਦ ਜੀ ਮੌਕਾ ਸਾਂਭ ਗਏ ਜੀ।
ਸਿਆਣੇ ਸੀਗੇ ਜੀ। ਕਈ ਬਾਬਾ ਸ੍ਰੀ ਚੰਦ ਜੀ ਦੇ ਸਾਧ ਸੰਗਤ ਜੀ ਉਲਟ ਬੋਲਦੇ। ਮੈਂ ਇੱਥੇ ਇੱਕ ਬੇਨਤੀ ਕਰਾਂ, ਜਦੋਂ ਦੀ ਇਹ ਕਥਾ ਹੈ ਨਾ, ਉਦੋਂ ਬਾਬਾ ਸ੍ਰੀ ਚੰਦ ਜੀ ਇਹਦੇ ਬਹੁਤੀ ਵੱਡੀ ਉਮਰ ਦੇ ਨਹੀਂ ਸੀਗੇ। ਗਾਂ 6ਵੇਂ ਪਾਤਸ਼ਾਹ ਤੱਕ ਰਹੇ। ਸਹਿਜੇ ਸਹਿਜੇ ਅਵਸਥਾ ਬਹੁਤ ਵੱਡੀ ਹੋ ਗਈ, ਮੁੜ ਗੁਰੂ ਘਰ ਦਾ ਹੀ ਪ੍ਰਚਾਰ ਕੀਤਾ ਜੀ। ਨਾਲੇ ਤੇ ਮਹਾਰਾਜ ਦੀ ਖੇਡ ਸੀਗੀ ਸਾਰਾ ਕੁਛ ਜੀ। ਬਾਬਾ ਸ੍ਰੀ ਚੰਦ ਜੀ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੋਲੇ, ਬੋਲਿਓ ਬਚਨ ਸੁਨੋ ਸੁਖ ਕੰਦੇ। ਹੇ ਮਹਾਰਾਜ ਸੱਚੇ ਪਾਤਸ਼ਾਹ, ਮਹਾਰਾਜ ਹੁਣ ਮੇਰੀ ਬੇਨਤੀ ਸੁਣੋ। ਹਾਂਜੀ, ਤੁਮ ਅੰਤਰ ਜਾਮੀ ਸਭ ਜਾਨੋ। ਮਹਾਰਾਜ ਜੋ ਮੈਂ ਤੁਹਾਨੂੰ ਕਹਿਣਾ ਉਹ ਪਤਾ ਤੁਹਾਨੂੰ ਮੈਂ ਕੀ ਕਹਿਣਾ। ਮਹਾਰਾਜ ਆਪ ਅੰਤਰਜਾਮੀ ਹੋ, ਸਾਰੀਆਂ ਗੱਲਾਂ ਜਾਣਦੇ ਹੋ। ਹਾਂਜੀ, ਬਿਨਾ ਕਹੇ ਤੇ ਭੇਵ ਪਛਾਨੋ। ਬਿਨਾਂ ਕਹਿਣ ਤੋਂ ਵੀ ਤੁਹਾਨੂੰ ਪਤਾ ਮੈਂ ਕੀ ਕਹਿਣਾ। ਤੁਸੀਂ ਮਨ ਦੀ ਗੱਲ ਜਾਣਦੇ ਹੋ ਮਹਾਰਾਜ। ਹਾਂਜੀ, ਪੁੱਛੋ ਤਦਿਅਪ ਕਰੋ ਉਚਾਰੀ। ਫਿਰ ਵੀ ਤੁਸੀਂ ਹੁਕਮ ਕੀਤਾ, ਹੁਣ ਨਹੀਂ ਹੁਕਮ ਮੋੜਨਾ ਤੁਹਾਡਾ। ਸੋਝੀ ਆ ਗਈ, ਹੁਣ ਨਹੀਂ ਹੁਕਮ ਮੋੜਨਾ ਸੱਚੇ ਪਾਤਸ਼ਾਹ। ਹੁਣ ਸੁਣੋ ਮਹਾਰਾਜ। ਹਾਂਜੀ, ਪਿਤਾ ਵਸਤ ਕੇ ਸੁਤ ਅਧਿਕਾਰੀ। ਪਿਤਾ ਦੀ ਵਸਤੂ ਦਾ ਅਧਿਕਾਰ ਪੁੱਤਰ ਨੂੰ ਹੁੰਦਾ ਹੈ। ਜਿਹੜੀ ਪਿਤਾ ਦੀ ਵਸਤੂ ਹੁੰਦੀ ਹੈ ਉਹਦਾ ਹੱਕ ਪੁੱਤਰ ਨੂੰ ਮਿਲਦਾ। ਹਾਂਜੀ, ਹਮ ਕੋ ਛੂਛਾ ਸ਼ੋਰ ਪਿਆਨੇ। ਤੇ ਮਹਾਰਾਜ ਸਾਨੂੰ ਖਾਲੀ ਛੱਡ ਕੇ ਤੁਰ ਪਏ। ਮਹਾਰਾਜ ਸਹੀ ਤੇ ਖਾਲੀ ਰਹਿ ਗਏ ਨਾ। ਹਾਂਜੀ, ਥਾਪਿਓ ਲਹਿਣਾ ਆਪਨ ਸਥਾਨੇ। ਆਪਣੇ ਅਸਥਾਨ ਤੇ ਤੁਸੀਂ ਲਹਿਣਾ ਜੀ ਨੂੰ ਥਾਪਤਾ, ਸਭ ਸੰਗਤਾਂ ਦੇ ਪੂਜਨੀਕ ਬਣਾ ਦਿੱਤਾ। ਹਾਂਜੀ, ਕਲਾ ਵਿਸਾਲਹਿ ਤੇ ਤਜ ਖਾਲੀ। ਉਹਨਾਂ ਨੂੰ ਵਿਸ਼ਾਲ ਕਲਾ ਦੇਤੀ ਤੇ ਅਸੀਂ ਖਾਲੀ ਰਹਿ ਗਏ ਮਹਾਰਾਜ। ਹਾਂਜੀ, ਕਰੀ ਆਪ ਅਸਮੰਜਸ ਚਾਲੀ। ਮਹਾਰਾਜ ਇਹ ਜਿਹੜਾ ਬਚਨ ਕੰਮ ਆਪ ਜੀ ਨੇ ਕੀਤਾ, ਪਰ ਮਹਾਰਾਜ ਅਸੀਂ ਤੇ ਖਾਲੀ ਰਹਿ ਗਏ ਨਾ। ਹਾਂਜੀ, ਦਈ ਅਪਰ ਕੋ ਸਰਬ ਵਡਾਈ। ਹੋਰ ਨੂੰ ਤੁਸੀਂ ਸਾਰੀ ਵਡਿਆਈ ਦਿੱਤੀ ਹੈ, ਬਖਸ਼ਿਸ਼ ਦਿੱਤੀ ਹੈ। ਹਾਂਜੀ, ਤੁਮਰੇ ਸੁਤ ਕਿਆ ਜਗ ਮਹਿ ਪਾਈ। ਮਹਾਰਾਜ ਤੁਹਾਡੇ ਪੁੱਤਰ ਵੀ ਜਗਤ ਵਿੱਚ ਵਡਿਆਈ ਪਾਉਣਗੇ ਕਿ ਨਹੀਂ ਪਾਉਣਗੇ। ਹਾਂਜੀ, ਦੋਹਰਾ ਬਚਨ ਸੁਨੇ ਨਿਜ ਸੁਤਨ ਕੇ ਸ਼੍ਰੀ ਨਾਨਕ ਗਤ ਦਾਏ। ਪਿਆਰਿਓ, ਮੁਕਤੀ ਦੇਣ ਵਾਲੇ, ਸਾਰਿਆਂ ਨੂੰ ਮੁਕਤ ਕਰਨ ਵਾਲੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬੈਠ ਕੇ ਨਾ ਬਾਬਾ ਸ੍ਰੀ ਚੰਦ ਜੀ ਦੀ ਗੱਲ ਸੁਣਦੇ ਆ, ਬਚਨ ਸੁਣਦੇ ਆ। ਹਾਂਜੀ, ਸਭ ਕੇ ਸੁਨਤ ਸ਼ਲੋਕ ਇੱਕ ਉਚਰਿਓ ਬਦਨ ਬਣਾਏ। ਤੇ ਸਾਰੀਆਂ ਸੰਗਤਾਂ ਸੁਣ ਰਹੀਆਂ ਤੇ ਸਾਰੀਆਂ ਸੰਗਤਾਂ ਦੇ ਹੁੰਦਿਆਂ ਸੁਣਦਿਆਂ ਮਹਾਰਾਜ ਗਰੀਬ ਨਵਾਜ ਜੀ ਨੇ ਇੱਕ ਸ਼ਲੋਕ ਉਚਾਰਿਆ ਜੀ। ਬਾਣੀ ਦਾ ਸ਼ਲੋਕ ਉਚਾਰਿਆ ਜਿਹੜਾ ਕਿ ਸਭ ਸੰਗਤਾਂ ਨੇ ਬੜੇ ਪਿਆਰ ਨਾਲ ਸੁਣਿਆ। ਹਾਂਜੀ, ਮਹੱਲਾ ਪਹਿਲਾ। ਲੱਖ ਨੇਕੀਆਂ ਚੰਗਿਆਈਆ, ਲੱਖ ਪੁੰਨਾ ਪਰਵਾਨ। ਹਾਂਜੀ, ਲੱਖ ਤਪ ਉਪਰ ਤੀਰਥਾਂ, ਸਹਿਜ ਜੋਗ ਬੇਬਾਨ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸ਼ਲੋਕ ਉਚਾਰਿਆ, ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪਰਵਾਨ, ਲੱਖ ਤਪ ਉਪਰ ਤੀਰਥਾਂ, ਸਹਿਜ ਜੋਗ ਬੇਬਾਨ। ਲੱਖ ਸੂਰਤਨ ਸੰਗਰਾਮ, ਰਣ ਮਹਿ ਛੁਟਹਿ ਪ੍ਰਾਣ। ਲੱਖ ਸੁਰਤੀ ਲੱਖ ਗਿਆਨ, ਧਿਆਨ ਪੜ੍ਹਿਐ ਹੈ ਪਾਠ ਪੁਰਾਣ। ਜਿਨ ਕਰਤੈ ਕਰਣਾ ਕੀਆ, ਲਿਖਿਆ ਆਵਣ ਜਾਣ। ਨਾਨਕ ਮਤੀ ਮਿਥਿਆ, ਕਰਮ ਸੱਚਾ ਨੀਸਾਨ। ਇਹਦੇ ਅਰਥ ਸੁਣ ਲਓ। ਹਾਂਜੀ, ਲੱਖ ਨੇਕੀਆਂ, ਲੱਖ ਨੇਕੀਆਂ ਚੰਗਿਆਈਆ, ਲੱਖ ਪੁੰਨਾ ਪਰਵਾਨ। ਸੰਸਾਰ ਵਿੱਚ ਬੰਦੇ ਨੂੰ ਨੇਕੀ ਕਰਨੀ ਚਾਹੀਦੀ ਹੈ। ਨੇਕ ਕੰਮ ਕਰਨੇ ਚਾਹੀਦੇ, ਭਲੇ ਕੰਮ ਕਰਨੇ ਚਾਹੀਦੇ ਹੈ। ਕੋਸ਼ਿਸ਼ ਕਰਨੀ ਚਾਹੀਦੀ ਮੈਂ ਉਹ ਕੰਮ ਕਰਾਂ ਜਿਹੜਾ ਭਲਾ ਹੋਵੇ ਜੀ। ਮਹਾਰਾਜ ਕਹਿਣ ਲੱਗੇ ਐਸੇ ਲੱਖਾਂ ਹੀ ਕੰਮ ਬੰਦਾ ਚੰਗੇ ਕਰੇ, ਚੰਗਿਆਈਆਂ ਕਰੇ ਔਰ ਲੱਖਾਂ ਪੁੰਨ ਕਰੇ ਜੀ। ਪਰਮਾਣੀਕ ਪੁੰਨ ਕਰੇ। ਜਿਵੇਂ ਪਾਣੀ ਪਿਆਉਣਾ ਬੜਾ ਪੁੰਨ ਹੈ ਜੀ।
ਕੋਟ ਪੁੰਨ ਸੁਣ ਹਰ ਕੀ ਬਾਣੀ, ਕਰੋੜਾਂ ਪੁੰਨ ਲੱਗਦੇ ਆ ਸੰਗਤ ਜੀ ਜਦੋਂ ਕੋਈ ਸਤਿਗੁਰਾਂ ਦੀ ਬਾਣੀ ਨੂੰ ਆਪਣੇ ਕੰਨਾਂ ਦੇ ਨਾਲ ਸੁਣਦਾ, ਸਤਿਗੁਰਾਂ ਦੀ ਕਥਾ ਸੁਣਦਾ। ਲੱਖਾਂ ਪਰਮਾਣੀਕ ਪੁੰਨ ਕਰ ਲਵੇ, ਮਹਾਰਾਜ ਕਹਿਣ ਲੱਗੇ ਜਿਹੜੇ ਪੁੰਨ ਪ੍ਰਵਾਨ ਨੇ ਜੀ। ਹਾਂਜੀ, ਲੱਖ ਤਪ ਉਪਰ ਤੀਰਥਾਂ, ਸਹਿਜ ਜੋਗ ਬੇਬਾਨ। ਫਿਰ ਲੱਖਾਂ ਤਪ ਸਥਾਨ ਨੇ, ਲੱਖਾਂ ਤਪ ਸਥਾਨ ਜਿੱਥੇ ਤਪ ਹੋਏ ਆ, ਲੱਖਾਂ ਤਪ ਹੋਏ ਆ ਬੀਆਬਾਨਾਂ ਵਿੱਚ। ਕਹਿਣ ਲੱਗੇ ਤੀਰਥਾਂ ਦੇ ਉੱਤੇ ਲੱਖਾਂ ਹੀ ਤਪ ਹੋਏ ਆ। ਸਹਿਜ ਜੋਗ ਬੇਬਾਨ, ਬੀਆਬਾਨ ਇਲਾਕਿਆਂ ਚ ਜੋਗੀਆਂ ਨੇ ਲੱਖਾਂ ਵਾਰੀ ਤਪ ਕੀਤਾ, ਮਹਾਰਾਜ ਕਹਿੰਦੇ। ਹਾਂਜੀ, ਲੱਖ ਸੁਰਤਨ ਸੰਗਰਾਮ, ਰਣ ਮਹਿ ਛੁਟ ਹੈ ਪ੍ਰਾਣ। ਲੱਖਾਂ ਹੀ ਸੂਰਮਿਆਂ ਨੇ ਲੜਾਈ ਦੇ, ਜੰਗ ਦੇ ਮੈਦਾਨ ਦੇ ਵਿੱਚ ਆਪਣੇ ਪ੍ਰਾਣ ਨਿਛਾਵਰ ਕੀਤੇ ਆ ਜੀ। ਸੌਖਾ ਕੰਮ ਤਾਂ ਨਹੀਂ ਹੈਗਾ ਜੀ। ਇਹ ਜਿੰਨੇ ਕੰਮ ਸੁਣ ਰਹੇ ਹੋ ਨਾ, ਇਹ ਸੌਖੇ ਨਹੀਂ ਹੈਗੇ ਜੀ। ਚੰਗਿਆਈ ਕਿੱਥੋਂ ਕਰਦਾ ਬੰਦਾ, ਨੇਕ ਕੰਮ ਕਿੱਥੋਂ ਕੀਤੇ ਜਾਂਦੇ ਜੀ। ਲੱਖਾਂ ਪੁੰਨ ਕਰਨੇ ਕਿਤੇ ਸੌਖੇ ਆ? ਲੱਖਾਂ ਸਾਲ ਤਪ ਕਰਨਾ, ਤੀਰਥਾਂ ਤੇ ਜਾਣਾ ਸੌਖਾ ਕੰਮ ਹੈ? ਬੀਆਬਾਨ ਜੰਗਲਾਂ 'ਚ ਜਾ ਕੇ ਬਹਿਣਾ ਸੌਖਾ ਕੰਮ ਹੈ? ਫਿਰ ਲੱਖਾਂ ਸੂਰਮੇ ਸਰੀਰ ਤਿਆਗ ਗਿਆ, ਕੋਈ ਸੌਖਾ ਕੰਮ ਹੈ? ਪਰ ਜੇ ਬੰਦਾ ਕਰ ਵੀ ਲਵੇ। ਹਾਂਜੀ, ਲੱਖ ਸੁਰਤੀ ਲੱਖ ਗਿਆਨ ਧਿਆਨ, ਪੜ੍ਹੀਐ ਪਾਠ ਪੁਰਾਣ। ਫਿਰ ਮਹਾਰਾਜ ਕਹਿੰਦੇ ਲੱਖਾਂ ਹੀ ਸੁਰਤਾਂ ਗਿਆਨ ਧਿਆਨ ਨੇ, ਲੱਖਾਂ ਹੀ ਵੇਦਾਂ ਨੂੰ ਪੜ੍ਹਨ ਵਾਲੇ ਪਾਠੀ ਹੈ, ਪੁਰਾਣਾਂ ਨੂੰ ਪੜ੍ਹਨ ਵਾਲੇ ਪਾਠੀ ਨੇ। ਹਾਂਜੀ, ਜਿਨ ਕਰਤੈ ਕਰਣਾ ਕੀਆ, ਲਿਖਿਆ ਆਵਣ ਜਾਣ। ਜਿਸ ਵਾਹਿਗੁਰੂ ਨੇ ਸੰਗਤ ਜੀ ਇਹ ਸੰਸਾਰ ਕੀਤਾ ਜੀ, ਜਿਸ ਵਾਹਿਗੁਰੂ ਨੇ ਸੰਸਾਰ ਰਚਿਆ, ਜਿਸ ਵਾਹਿਗੁਰੂ ਨੇ ਜੰਮਣਾ ਤੇ ਮਰਨਾ ਲਿਖਿਆ ਸਾਡਾ ਜੀ। ਹਾਂਜੀ, ਨਾਨਕ ਮਤੀ ਮਿਥਿਆ, ਕਰਮ ਸੱਚਾ ਨਿਸ਼ਾਨ। ਸਭ ਤੋਂ ਵੱਡੀ ਚੀਜ਼ ਉਸ ਵਾਹਿਗੁਰੂ ਦੀ ਮਿਹਰ ਹੈ, ਉਸ ਵਾਹਿਗੁਰੂ ਦੀ ਬਖਸ਼ਿਸ਼ ਹੈ। ਮਹਾਰਾਜ ਕਹਿਣ ਲੱਗੇ ਨਾਨਕ ਮਤੀ ਮਿਥਿਆ, ਆਪਣੀ ਮੱਤ ਨਾਲ ਨੇਕ ਕੰਮ ਕੀਤੇ, ਆਪਣੀ ਮੱਤ ਨਾਲ ਲੱਖਾਂ ਹੀ ਪੁੰਨ ਕਰ ਲਏ, ਆਪਣੀ ਮੱਤ ਨਾਲ ਲੱਖਾਂ ਹੀ ਤੀਰਥਾਂ ਦੇ ਉੱਤੇ ਰਟਨ ਕਰ ਲਿਆ, ਆਪਣੀ ਮੱਤ ਨਾਲ ਬੀਆਬਾਨ ਜੰਗਲਾਂ ਵਿੱਚ ਬੈਠ ਕੇ ਤਪ ਕੀਤਾ, ਆਪਣੀ ਮੱਤ ਨਾਲ ਆਪਣਾ ਸਰੀਰ ਵੀ ਦਾਨ ਕਰ ਦਿੱਤਾ, ਆਪਣੀ ਮੱਤ ਨਾਲ ਸੁਰਤੀ ਗਿਆਨ ਧਿਆਨ ਵੇਦ ਪਾਠ ਪੁਰਾਣ ਪੜ੍ਹੇ। ਪਰ ਸਭ ਕੁਝ ਝੂਠਾ 'ਚ ਸਭ ਤੋਂ ਉੱਚੀ ਉਸ ਵਾਹਿਗੁਰੂ ਦੀ ਮਿਹਰ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹ ਸ਼ਲੋਕ ਸੱਚੇ ਪਾਤਸ਼ਾਹ ਜੀ ਨੇ ਸੁਣਾਇਆ। ਇਹ ਸ਼ਲੋਕ ਸੁਣਾਉਣ ਦਾ ਭਾਵ ਪਤਾ ਕੀ ਸੀ? ਭਾਈ ਲਹਿਣਾ ਜੀ ਤੇ ਗੁਰੂ ਨਾਨਕ ਸਾਹਿਬ ਦੀ ਮਿਹਰ ਹੋ ਗਈ ਹੈ। ਤੇ ਮੈਂ ਇੱਕ ਬੇਨਤੀ ਕਰਦਿਆਂ ਫਿਰ ਆਪਾਂ ਅੱਗੇ ਲੜੀਵਾਰ ਕਥਾ ਸੁਣੀ ਜਾਣੀ ਹੈ ਨਾਲ ਨਾਲ। ਪਿਆਰਿਓ, ਜਪ ਕਰੋ, ਤਪ ਕਰੋ, ਸੇਵਾ ਕਰੋ, ਸਿਮਰਨ ਕਰੋ, ਸਭ ਕੁਝ ਕਰੋ, ਪਰ ਇਹਨਾਂ ਚੀਜ਼ਾਂ ਦਾ ਮਾਣ ਨਾ ਕਰਿਓ, ਮਾਣ ਬਿਲਕੁਲ ਨਾ ਕਰਿਓ। ਹਮੇਸ਼ਾ ਆਸਰਾ ਗੁਰੂ ਨਾਨਕ ਸਾਹਿਬ ਦੀ ਮਿਹਰ ਦਾ ਰੱਖਿਓ। ਇਹ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਹੈ। ਤੁਸੀਂ ਕਥਾ ਸੁਣ ਰਹੇ ਜੇ, ਗੁਰੂ ਸਾਹਿਬ ਕਥਾ ਕਰਾ ਰਹੇ ਹੈ। ਜੇ ਗੁਰੂ ਨਾਨਕ ਸਾਹਿਬ ਮਿਹਰ ਨਾ ਕਰਨ ਤੁਸੀਂ ਸੁਣ ਹੀ ਨਹੀਂ ਸਕਦੇ। ਗੁਰੂ ਦੀ ਮਿਹਰ ਨਾ ਹੋਵੇ ਪਿਆਰਿਓ, ਟੀਵੀ ਚੱਲ ਰਿਹਾ ਬੰਦਾ ਬੰਦ ਕਰ ਦਿੰਦਾ ਜੀ, ਚੈਨਲ ਬਦਲ ਦਿੰਦਾ ਜੀ, ਹੋਰ ਕੁਝ ਲਾ ਲੈਂਦਾ ਜੀ। ਗੁਰੂ ਦੀ ਮਿਹਰ ਨਾ ਹੋਵੇ ਬੰਦਾ ਸੰਗਤ ਵਿੱਚ ਬੈਠਾ ਵੀ ਉੱਠ ਕੇ ਚਲੇ ਜਾਂਦਾ ਜੇ। ਸਭ ਤੋਂ ਵੱਡੀ ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਹੈ। ਇੱਕ ਗੁਰਮੁਖ ਨੂੰ ਕਿਸੇ ਨੇ ਆ ਕੇ ਸਵਾਲ ਕੀਤਾ, ਕਹਿਣ ਲੱਗਾ ਜੀ ਗੁਰਬਾਣੀ ਵਿੱਚ ਭਗਤੀ ਦਾ ਬੜਾ ਜ਼ਿਕਰ ਹੈ, ਪਰ ਗੁਰਬਾਣੀ 'ਚ ਕਰਮਾਂ ਦਾ ਵੀ ਬੜਾ ਜ਼ਿਕਰ ਹੈ। ਗੁਰਮੁਖੋ ਤੁਸੀਂ ਦੱਸੋ, ਕਰਮ ਵੱਡੇ ਨੇ ਜਾਂ ਭਗਤੀ ਵੱਡੀ ਹੈ? ਗੁਰਬਾਣੀ ਅਨੁਸਾਰ ਉਹ ਕਹਿਣ ਲੱਗੇ ਪਿਆਰਿਆ, ਨਾ ਤੇ ਕਰਮ ਹੀ ਵੱਡੇ ਹੈ ਤੇ ਨਾ ਭਗਤੀ ਵੱਡੀ ਹੈ। ਆਪੋ ਆਪਣੀ ਥਾਂ ਤੇ ਦੋਵੇਂ ਠੀਕ ਨੇ, ਪਰ ਇਹਨਾਂ ਤੋਂ ਵੱਡੀ ਵੀ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਹੈ, ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੈ, ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਹੈ, ਗੁਰੂ ਨਾਨਕ ਸਾਹਿਬ ਜੀ ਦਾ ਕਰਮ ਹੈ।
ਜਿਹਦੇ ਉੱਤੇ ਹੋ ਜਾਵੇ ਸਾਧ ਸੰਗਤ ਜੀ, ਜਿਹਦੇ ਇਹਨੂੰ ਮੁਸਲਮਾਨ ਧਰਮ 'ਚ ਫਜ਼ਲ ਕਹਿੰਦੇ ਆ, ਜਿਹਦੇ ਤੇ ਫਜ਼ਲ ਹੋ ਜਾਵੇ, ਜਿਹਦੇ ਤੇ ਮਿਹਰ ਦੀ ਦ੍ਰਿਸ਼ਟੀ ਹੋ ਜਾਵੇ, ਉਹਨੂੰ ਸਭ ਕੁਝ ਮਿਲ ਜਾਂਦਾ ਹੈ। ਆਪਾਂ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਸਤਿਗੁਰਾਂ ਨੇ ਜਪਜੀ ਸਾਹਿਬ ਵਿੱਚ ਭੇਦ ਖੋਲ੍ਹਿਆ, ਅਖੀਰ ਤੇ ਸਾਰਾ ਜਪਜੀ ਸਾਹਿਬ ਦੱਸਿਆ। ਜਪਜੀ ਸਾਹਿਬ ਵਿੱਚ ਕੀ ਮਹਾਰਾਜ ਨੇ ਸੁਣਨ ਦਾ, ਮੰਨਣ ਦਾ, ਅਸੰਖਾਂ ਦੀ ਗੱਲ ਕੀਤੀ। ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖਾਂ ਦੀ ਗੱਲ ਕੀਤੀ ਹੈ ਪਿਆਰਿਓ। ਉੱਥੇ 5 ਖੰਡਾਂ ਦੀ ਗੱਲ ਕੀਤੀ ਹੈ। ਸਤਿਗੁਰਾਂ ਨੇ ਦੱਸਿਆ, ਹੇ ਵਾਹਿਗੁਰੂ ਤੈਨੂੰ ਪਾਣੀ ਵੀ ਗਾ ਰਿਹਾ, ਹੇ ਵਾਹਿਗੁਰੂ ਤੈਨੂੰ ਹਵਾ ਵੀ ਗਾ ਰਹੀ ਹੈ, ਹੇ ਵਾਹਿਗੁਰੂ ਤੈਨੂੰ ਦੇਵ ਦੈਂਤ ਸੂਰਮੇ ਸਾਰੇ ਗਾ ਰਹੇ ਹੈ। ਪਰ ਸਾਰਿਆਂ ਦਾ ਜ਼ਿਕਰ ਕਰਕੇ ਜਪਜੀ ਸਾਹਿਬ ਦੀ ਸੰਪੂਰਨਤਾ ਮਿਹਰ ਦੇ ਉੱਤੇ ਆ ਕੇ ਹੁੰਦੀ ਹੈ। ਨਾਨਕ ਨਦਰੀ ਨਦਰ ਨਿਹਾਲ, ਅਖੀਰ ਹੈ ਹੀ ਮਿਹਰ ਹੈ। ਜਿਹਦੇ ਤੇ ਮਿਹਰ ਹੋ ਜਾਵੇ ਸਾਧ ਸੰਗਤ ਜੀ, ਉਹਦੇ ਕੀਤੇ ਪਾਪ ਗੁਰੂ ਨਾਨਕ ਸਾਹਿਬ ਬਖਸ਼ਣ ਲੱਗਿਆ ਖਿੰਨ ਨਹੀਂ ਝਿਲਾਉਂਦੇ। ਸ੍ਰੀ ਸੁਖਮਣੀ ਸਾਹਿਬ ਜੀ ਦੀ ਮੈਂ ਇੱਕ ਪੰਕਤੀ ਪੜ੍ਹਦੇ ਹਾਂ, ਫਿਰ ਲੜੀਵਾਰ ਕਥਾ। ਮਹਾਰਾਜ ਗਰੀਬ ਨਵਾਜ ਕਿਰਪਾ ਕਰਦੇ ਸੱਚੇ ਪਾਤਸ਼ਾਹ, ਜਾਂ ਕੋ ਆਪਣੀ ਕਰੈ ਬਖਸ਼ੀਸ਼। ਬਖਸ਼ੀਸ਼ ਦਾ ਕੀ ਅਰਥ ਹੈ? ਮਿਹਰ, ਕਿਰਪਾ। ਜਿਸ ਉੱਤੇ ਗੁਰੂ ਨਾਨਕ ਸਾਹਿਬ ਆਪਣੀ ਬਖਸ਼ਿਸ਼ ਕਰ ਦਿੰਦੇ ਆ, ਤਾਂ ਕਾ ਲੇਖਾ ਨਾ ਗਨਿਆ ਜਗਦੀਸ਼। ਪਿਆਰਿਓ, ਫਿਰ ਇਹ ਵੀ ਨਹੀਂ ਵੇਖਦੇ ਨੇ ਚੰਗੇ ਕਰਮ ਕੀਤੇ ਨੇ ਮਾੜੇ ਕੀਤੇ। ਇਹ ਬੜੀ ਵੱਡੀ ਮਿਹਰ ਇਸੇ ਕਰਕੇ ਕਹਿੰਦੇ ਚ ਮਿਹਰ ਸਭ ਤੋਂ ਵੱਡੀ ਹੈ। ਗੁਰੂ ਨਾਨਕ ਸਾਹਿਬ ਦੀ ਕਿਰਪਾ ਸਭ ਤੋਂ ਵੱਡੀ ਹੈ। ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਇੰਨਾ ਹੀ ਕਹਿ ਦਿਆ ਕਰੋ, ਮਹਾਰਾਜ ਮੇਰੇ ਤੇ ਮਿਹਰ ਕਰ ਦਿਓ, ਬਖਸ਼ਿਸ਼ ਕਰ ਦਿਓ। ਇਹਦੇ ਵਿੱਚ ਹੀ ਸਾਰਾ ਕੁਝ ਮਿਲ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿਣ ਲੱਗੇ, ਨਾਨਕ ਮੱਤੀ ਮਿੱਥਿਆ। ਆਪਣੀਆਂ ਅਕਲਮੰਦੀਆਂ ਦੇ ਜਿਹੜੇ ਕਰਮ ਨੇ ਨਾ, ਉਹ ਸੰਗਤ ਜੀ ਝੂਠੇ ਨੇ। ਮਿਹਰ ਦਾ ਨਿਸ਼ਾਨ ਹੀ ਸੱਚ ਹੈ, ਸੱਚਾ ਹੈ। ਕਰਮ ਸੱਚਾ ਨਿਸ਼ਾਨ, ਬੰਦੇ ਦੇ ਮੱਥੇ ਤੇ ਮਿਹਰ ਦਾ ਨਿਸ਼ਾਨ ਪੈਂਦਾ। ਚ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ, ਇਹ ਵਾਹਿਗੁਰੂ ਗੁਰੂ ਨਾਨਕ ਸਾਹਿਬ ਦੀ ਮਿਹਰ ਦਾ ਨਿਸ਼ਾਨ ਸਾਡੇ ਮੱਥੇ ਤੇ ਪਵੇ। ਸਾਡੇ ਉੱਤੇ ਵੀ ਇਹ ਮਿਹਰ ਦਾ ਨਿਸ਼ਾਨੀ ਪੈ ਜਾਂਦੀ ਹੈ। ਜਿਵੇਂ ਮੋਹਰ ਨਹੀਂ ਲੱਗਦੀ, ਗੁਰੂ ਨਾਨਕ ਸਾਹਿਬ ਦੀ ਮਿਹਰ ਦੀ ਮੋਹਰ ਲੱਗ ਜਾਂਦੀ ਜੇ। ਇਹ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਿਆ। ਠੀਕ ਹੈ, ਬਾਬਾ ਸ਼੍ਰੀ ਚੰਦਰ ਜੀ ਨੇ, ਲਖਮੀ ਦਾਸ ਜੀ ਦੇ ਪੁੰਨ ਬੜੇ ਵੱਡੇ ਹੈ। ਗੁਰੂ ਨਾਨਕ ਸਾਹਿਬ ਦੇ ਘਰ ਪੁੱਤਰ ਬਣ ਕੇ ਇਹ ਆਏ ਹੈ। ਛੋਟੀ ਬਾਤ ਨਹੀਂ ਹੈ, ਬੜੀ ਵੱਡੀ ਗੱਲ ਹੈ। ਪਰ ਮਿਹਰ ਦਾ ਨਿਸ਼ਾਨ ਪਹਿਲਾਂ ਬਾਬਾ ਲੈਣਾ ਜੀ ਤੇ ਪੈ ਗਿਆ। ਧੰਨ ਗੁਰੂ ਅੰਗਦ ਸਾਹਿਬ ਬਣਾ ਦਿੱਤਾ। ਧੁਰ ਦੀ ਖੇਡ ਹੈ, ਧੁਰ ਦੀ। ਹਾਂਜੀ। ਚੌਪਈ ਮਨ ਕੀ ਮਤ ਕਰਹਿ ਜੇ ਕੋਈ, ਏਕ ਸਿੱਧ ਨਹਿ ਕੈਸੇ ਹੋਈ। ਜਿਹੜਾ ਆਪਣੇ ਮਨ ਦੀ, ਮਹਾਰਾਜ ਕਹਿੰਦੇ, ਕਰਦਾ ਹੈ, ਆਪਣੇ ਮਨ ਦੀ ਮਰਜ਼ੀ ਕਰਦਾ ਹੈ, ਉਹਦਾ ਕੋਈ ਕੰਮ ਨਹੀਂ ਸਿੱਧ ਹੁੰਦਾ। ਮਿਹਰ ਕਿਵੇਂ ਮਿਲਦੀ? ਮਿਹਰ ਹੁਕਮ ਮੰਨ ਕੇ ਮਿਲਦੀ। ਚ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਹਾਂਜੀ। ਬਿਨਾ ਆਪਣੇ ਕਰਮ ਵਡਾਈ, ਕਿਨਹੂ ਪਾਈ ਖਬਰ ਨਾ ਰਾਈ। ਬਿਨਾ ਆਪਣੇ ਕਰਮਾਂ ਦੀ ਵਡਿਆਈ, ਬਿਨਾ ਆਪਣੇ ਕਰਮਾਂ ਤੋਂ ਵਡਿਆਈ ਨਹੀਂ ਮਿਲਦੀ। ਮਿਹਰ ਹੋਵੇ ਤਾਂ ਮਿਲਦੀ ਹੈ। ਹਾਂਜੀ। ਸ਼੍ਰੀ ਕਰਤਾਰ ਭਾਵਈ ਜੋਈ। ਬਾਕੀ ਮਹਾਰਾਜ ਕਹਿਣ ਲੱਗੇ, ਭਾਈ ਜੋ ਵਾਹਿਗੁਰੂ ਜੀ ਨੂੰ ਭਾ ਜਾਵੇ। ਹਾਂਜੀ। ਹੋਤ ਪ੍ਰਤੱਖ ਬਾਤ ਹੈ ਸੋਈ। ਹੋਣਾ ਤੇ ਉਹ ਹੀ ਹੈ। ਮੈਂ ਅੱਗੇ ਬੜੀ ਵਾਰੀ ਤੁਹਾਡੇ ਨਾਲ ਬੇਨਤੀ ਕੀਤੀ, ਗੁਰਤਾ ਗੱਦੀ ਤੇ ਕਿੰਨੇ ਬੈਠਣਾ, ਇਸ ਸੰਸਾਰ ਵਿੱਚ ਇਹ ਫੈਸਲਾ ਨਹੀਂ ਹੁੰਦਾ, ਦਰਗਾਹ ਦਾ ਫੈਸਲਾ ਹੈ। ਹਾਂਜੀ। ਲੈਣ ਦੇਣ ਸਭ ਤਾਹੇ ਅਧੀਨਾ। ਮਹਾਰਾਜ ਕਹਿੰਦੇ ਇਹ ਤੇ ਜੋ ਜਿਵੇਂ ਕਰਤਾਰ ਨੂੰ ਪਾਉਂਦਾ ਹੈ, ਲੈਣਾ ਦੇਣਾ ਚੱਲਦਾ ਰਹਿੰਦਾ, ਉਸ ਦੇ ਅਧੀਨ ਹੈ। ਹਾਂਜੀ। ਔਰ ਨਾ ਕਿਸਹੂ ਕੇ ਕਰ ਕੀਨਾ। ਹੋਰ ਕਿਸੇ ਦੇ ਹੱਥ ਵਿੱਚ ਨਹੀਂ ਹੈ। ਇਹ ਵਡਿਆਈ ਦੇਣੀ ਇਹ ਕਰਤਾਰ ਦੇ ਹੱਥ ਵਿੱਚ ਹੈ। ਹਾਂਜੀ। ਸੁਣ ਕੇ ਸੁਤ ਦੋਨੋਂ ਮੁਰਝਾਨੇ। ਪਰ ਹੁਣ ਇਹ ਬਚਨ ਸੁਣ ਕੇ ਦੋਵੇਂ ਪੁੱਤਰ ਮੁਰਝਾ ਗਏ।
ਹਾਂਜੀ। ਹੋਵੇ ਅਧੀਨ ਪੁੰਨ ਬਚਨ ਬਖਾਨੇ। ਫਿਰ ਅਧੀਨ ਨਿਮਾਣੇ ਹੋ ਕੇ ਬਾਬਾ ਜੀ ਹੁਣਾ ਬਚਨ ਕੀਤਾ, ਨਹੀਂ ਹਮਾਰੋ ਚਾਰੋ ਕੋ। ਮਹਾਰਾਜ ਸਾਡਾ ਹੁਣ ਕੋਈ ਚਾਰਾ ਨਹੀਂ ਚੱਲਦਾ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਾ ਇੱਥੇ ਆਉਣਾ ਜੀ, ਇੱਥੇ ਜਿੰਨਾ ਚਿਰ ਪੁੱਤਰ ਹੋਣ ਦਾ ਮਾਣ ਹੈ ਉਹਨਾਂ ਚਿਰ ਗੱਲ ਨਹੀਂ ਬਣੀ। ਜਦੋਂ ਗੁਰੂ ਨਾਨਕ ਸਾਹਿਬ ਨੂੰ ਕਹਿਤਾ ਮਹਾਰਾਜ ਹੁਣ ਸਾਡਾ ਚਾਰਾ ਕੋਈ ਨਹੀਂ, ਮਹਾਰਾਜ ਹੁਣ ਸਾਡਾ ਵਸ ਕੋਈ ਨਹੀਂ। ਹਾਂਜੀ, ਜਿਉ ਭਾਵੈ ਤਿਉ ਕਰੀਏ ਸੋ। ਮਹਾਰਾਜ ਜਿਵੇਂ ਹੁਣ ਤੁਹਾਨੂੰ ਚੰਗਾ ਲੱਗਦਾ ਉਵੇਂ ਹੀ ਕਰ ਦਿਓ ਸੱਚੇ ਪਾਤਸ਼ਾਹ। ਇੱਥੇ ਆਉਣਾ ਸੰਗਤ ਜੀ ਆਪਾਂ, ਜਿਉ ਭਾਵੈ ਤਿਉ ਰਾਖ ਲੈ, ਹਮ ਸਰਣ ਪ੍ਰਭ ਆਏ RAM ਰਾਜੇ। ਅੰਮ੍ਰਿਤ ਵੇਲੇ ਆਸਾ ਦੀ ਵਾਰ ਚ ਪੜ੍ਹਦੇ ਨਾ। ਹਾਂਜੀ, ਜਗ ਮਹਿ ਮਨਤਾ ਹੋਵੇ ਨਾ ਹਮਾਰੀ। ਮਹਾਰਾਜ ਇਸ ਤਰ੍ਹਾਂ ਤੇ ਸਾਨੂੰ ਜਗਤ ਚ ਕੋਈ ਜਾਣੇਗਾ ਹੀ ਨਹੀਂ। ਹਾਂਜੀ, ਕੋਏ ਨਾ ਦੇਵਹਿ ਭੇਟ ਅਗਾਰੀ। ਮਹਾਰਾਜ ਸਾਨੂੰ ਫਿਰ ਕਿਹਨੇ ਭੇਟਾ ਦੇਣੀ ਹੈ। ਹਾਂਜੀ, ਨਾਮ ਲਾਜ ਤੁਮ ਹੀ ਕੋ ਸਾਰੀ। ਪਰ ਮਹਾਰਾਜ ਇੱਕ ਗੱਲ ਹੈ, ਲੋਕਾਂ ਕਹਿਣਾ ਤੇ ਗੁਰੂ ਨਾਨਕ ਦੇ ਪੁੱਤ ਹੀ ਹੈ ਨਾ, ਨਾਮ ਤੇ ਫਿਰ ਵੀ ਤੁਹਾਡਾ ਹੀ ਚੱਲਣਾ ਹੈ ਨਾ। ਹਾਂਜੀ, ਇਉ ਕਹਿ ਮੁਖ ਤੇ ਤੂਸ਼ਨ ਧਾਰੀ। ਇਹ ਕਹਿ ਕੇ ਬਾਬਾ ਸ਼੍ਰੀ ਚੰਦ ਜੀ ਹੋਣੀ ਚੁੱਪ ਹੋ ਗਏ ਜੀ। ਹਾਂਜੀ, ਗੁਣ ਖਾਨੇ ਸੁਨ ਕਰੁਣਾ ਠਾਨੀ। ਮਹਾਰਾਜ ਗਰੀਬ ਨਵਾਜ ਜੀ ਨੇ ਗੱਲ ਸੁਣੀ ਦੀ ਵੀ ਨਾਲੇ ਹੁਣ ਨਿਮਰਤਾ ਵਿੱਚ ਆ ਗਏ। ਮਹਾਰਾਜ ਗਰੀਬ ਨਵਾਜ ਕਿਰਪਾ ਦੇ ਘਰ ਵਿੱਚ ਆ ਗਏ ਜੀ। ਜਦੋਂ ਕੋਈ ਅੱਗੋਂ ਨਿਮਰਤਾ ਚ ਆਵੇ ਨਾ, ਮਹਾਰਾਜ ਛੇਤੀ ਕਿਰਪਾ ਦੇ ਘਰ ਚ ਆ ਜਾਂਦੇ। ਹਾਂਜੀ, ਬੋਲੇ ਸੁਤਨ ਸੰਗ ਪੁੰਨ ਬਾਨੀ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਹੁਣ ਆਪਣੇ ਪੁੱਤਰਾਂ ਨੂੰ ਕਹਿਣ ਲੱਗੇ, ਆਹ ਬਚਨ ਸੁਣ ਕੇ ਨਾ, ਜਿਹੜਾ ਸਿੱਖ ਆਹ ਬਚਨ ਸੁਣ ਲੇਗਾ ਉਹ ਕਦੀ ਬਾਬਿਆਂ ਦੀ ਨਿੰਦਿਆ ਨਹੀਂ ਕਰੇਗਾ। ਬਾਬਾ ਸ਼੍ਰੀ ਚੰਦ ਜੀ ਦੀ, ਲਖਮੀ ਦਾਸ ਜੀ ਦੀ। ਹਾਂਜੀ, ਰਿੱਧ ਸਿੱਧ ਸਭ ਹੋਵੇ ਕੁਲ ਮਾਹੀ। ਮਹਾਰਾਜ ਕਹਿਣ ਲੱਗੇ, ਬੱਚਿਓ ਤੁਹਾਡੇ ਘਰ ਵਿੱਚ ਰਿੱਧੀਆਂ ਸਿੱਧੀਆਂ ਵਰਤਿਆ ਕਰਨਗੀਆਂ, ਕਿਉਂਕਿ ਇਹਨਾਂ ਮਾਨਤਾ ਹੀ ਮੰਗੀ ਹੈ ਨਾ। ਮਹਾਰਾਜ ਕਹਿੰਦੇ ਰਿੱਧੀਆਂ ਸਿੱਧੀਆਂ ਕੁੱਲ ਵਿੱਚ ਵਰਤਿਆ ਕਰਨਗੀਆਂ। ਹਾਂਜੀ, ਪਟ ਧਨ ਧਾਮ ਤੋਟ ਕਬ ਨਾਹੀ। ਕੱਪੜੇ ਧਨ ਘਰ ਕਿਸੇ ਚੀਜ਼ ਦੀ ਵੀ ਤੋਟ ਨਹੀਂ ਹੋਏਗੀ। ਨਾ ਕੱਪੜੇ ਹੀ ਮੁੱਕਣਗੇ, ਨਾ ਮਾਇਆ ਮੁੱਕੇਗੀ, ਨਾ ਛਕਣ ਵਾਲੇ ਹੀ ਪਦਾਰਥ ਮੁੱਕਣਗੇ। ਹਾਂਜੀ, ਗੁਰੂ ਪੀਰ ਕੇ ਜੋ ਹੈ ਸਵਾਨਾ। ਗੁਰੂ ਪੀਰ ਦੇ ਤੇ ਮਹਾਰਾਜ ਕਹਿਣ ਲੱਗੇ ਜਿਹੜੇ ਸਵਾਨ ਨੇ, ਕੁੱਤੇ ਹੁੰਦੇ ਆ ਜਿਹੜੇ। ਹਾਂਜੀ, ਤਿੰਨ ਕੋ ਮਨ ਹੈ ਜਗਤ ਮਹਾਨਾ। ਉਹ ਜਗਤ ਤੇ ਉਹਨਾਂ ਨੂੰ ਵੀ ਮੰਨਦਾ, ਜਗਤ ਉਹਨਾਂ ਨੂੰ ਵੀ ਮੰਨਦਾ। ਹਾਂਜੀ, ਤੁਮ ਤੋ ਤਾਤ ਭਏ ਮੁਝ ਤਨ ਤੇ। ਜੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਮਹਾਰਾਜ ਕਹਿਣ ਲੱਗੇ ਤੁਸੀਂ ਤੇ ਮੇਰੇ ਪੁੱਤ ਹੋ। ਕਹਿਣ ਲੱਗੇ ਤੁਸੀਂ ਤਾਂ ਮੇਰੇ ਪੁੱਤਰ ਹੋ, ਮੇਰੇ ਤਨ ਤੋਂ ਪੈਦਾ ਹੋਏ ਹੋ। ਹਾਂਜੀ, ਭੇਟਾ ਕਿਉਂ ਨਾ ਦੇਹ ਹਿਤ ਮਨ ਤੇ ਮਹਾਰਾਜ ਕਹਿਣ ਲੱਗੇ ਤੁਹਾਨੂੰ ਕਿਉਂ ਨਹੀਂ ਭੇਟਾਵਾਂ ਮਿਲਣਗੀਆਂ, ਤੁਹਾਡਾ ਕਿਉਂ ਨਹੀਂ ਸਤਿਕਾਰ ਹੋਏਗਾ। ਹਾਂਜੀ, ਕਰਾਮਾਤ ਹੋਵੇ ਹੈ ਤੁਮ ਮਾਹੀ। ਕਰਾਮਾਤ ਹੋਇਆ ਹੈ ਤੁਮ ਮਾਹੀ, ਤੁਹਾਡੇ ਵਿੱਚ ਵੀ ਬੜੀ ਵੱਡੀ ਕਰਾਮਾਤ ਹੋਏਗੀ। ਸਾਧ ਸੰਗਤ ਜੀ, ਬਾਬਾ ਸ਼੍ਰੀ ਚੰਦਰ ਜੀ ਦਾ ਤੇ ਪਤਾ ਹੈ, ਬਾਬਾ ਲਖਮੀ ਦਾਸ ਵਿੱਚ ਥੋੜੀ ਕਰਾਮਾਤ ਨਹੀਂ ਸੀ। ਬਾਬਾ ਲਖਮੀ ਦਾਸ ਜੀ ਘੋੜੇ ਤੇ ਆਪਣੀ ਪਤਨੀ ਸਮੇਤ, ਪੁੱਤਰ ਸਮੇਤ ਹੀ ਚਲੇ ਗਏ ਸੀਗੇ ਲੇਖਾ ਦੇਣ ਵਾਸਤੇ। ਸੋ ਮਹਾਰਾਜ ਬਚਨ ਕਰ ਰਹੇ ਆ। ਮਹਾਰਾਜ ਕਹਿਣ ਲੱਗੇ ਤੁਹਾਡੇ ਵਿੱਚ ਵੱਡੀ ਕਰਾਮਾਤ ਹੋਵੇਗੀ। ਹਾਂਜੀ, ਸਿੱਖ ਹਮਾਰੇ ਸਰਬ ਪੁਜਾਹੀ। ਸਾਡੇ ਸਾਰੇ ਸਿੱਖ ਤੁਹਾਨੂੰ ਪੂਜਣਗੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਜੀ ਦਾ ਬਚਨ ਹੈ। ਹਾਂਜੀ, ਜਗਤ ਬਿਰਾਜਹੁ ਸਭ ਤੇ ਊਚੇ। ਮਹਾਰਾਜ ਕਹਿਣ ਲੱਗੇ ਤੁਸੀਂ ਵੀ ਉੱਚੇ ਬਣ ਕੇ ਜਗਤ ਵਿੱਚ ਬਿਰਾਜੋਗੇ, ਸਤਿਕਾਰ ਹੋਏਗਾ ਤੁਹਾਡਾ। ਹਾਂਜੀ, ਤੁਮਰੀ ਸਮਤਾ ਕੋ ਨਾ ਪਹੁੰਚੇ। ਬਾਕੀ ਤੁਹਾਡੀ ਬਰਾਬਰੀ ਨਹੀਂ ਕੋਈ ਕਰ ਸਕੇਗਾ। ਹਾਂਜੀ, ਸੁਨਹੁ ਪਰੰਤ ਜੋ ਸ਼ਬਦ ਵਡਾਈ। ਪਰ ਫਿਰ ਵੀ ਮਹਾਰਾਜ ਕਹਿੰਦੇ ਇੱਕ ਗੱਲ ਸੁਣ ਲਓ, ਜਿਹੜੀ ਸ਼ਬਦ ਦੀ ਵਡਿਆਈ ਹੈ, ਜਿਹੜੀ ਨਾਮ ਦੀ ਵਡਿਆਈ ਹੈ। ਹਾਂਜੀ, ਸੋ ਅੰਗਦ ਨੈ ਨੀਕੇ ਪਾਈ। ਉਹ ਤੇ ਗੁਰੂ ਅੰਗਦ ਦੇਵ ਜੀ ਨੇ ਪਾਈ ਹੈ। ਪਰ ਫਿਰ ਵੀ ਸਾਧ ਸੰਗਤ ਦਾਸ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰਦੇ। ਮਹਾਰਾਜ ਕਹਿੰਦੇ ਸਿੱਖ ਹਮਾਰੇ ਸਰਬ ਪੁਜਾਹੀ,
ਸਾਡੇ ਸਾਰੇ ਸਿੱਖ ਤੁਹਾਡਾ ਸਤਿਕਾਰ ਕਰਨਗੇ। ਐਵੇਂ ਆ 4-5 ਜਿਹੜੇ ਫੇਸਬੁੱਕ YouTube ਤੇ ਤੁਰੇ ਫਿਰਦੇ ਆ ਨਾ, ਇਹਨਾਂ ਦੇ ਪਿੱਛੇ ਲੱਗ ਕੇ ਬਾਬਿਆਂ ਦੀ ਨਿੰਦਿਆ ਨਾ ਕਰ ਬੈਠੇ ਹੋ ਕਿਤੇ। ਤੁਸੀਂ ਕਥਾ ਸੁਣੀ ਹੈ ਸਾਰੀ, ਨਿੰਦਿਆ ਨਾ ਕਰ ਬੈਠੇ ਹੋ ਕਿਤੇ, ਪਰ ਫਿਰ ਵੀ ਸਤਿਕਾਰ ਕਰਨਾ ਹੈ ਇਹਨਾਂ ਦਾ। ਪਰ ਮਹਾਰਾਜ ਉਹਨਾਂ ਨੂੰ ਵੀ ਕਹਿ ਰਹੇ, ਮਹਾਰਾਜ ਕਹਿੰਦੇ ਜਿਹੜੀ ਨਾਮ ਕੀ ਵਡਾਈ ਹੈ ਨਾ, ਉਹ ਤਾਂ ਗੁਰੂ ਅੰਗਦ ਸਾਹਿਬ ਜੀ ਨੇ ਪਾਈ ਹੈ। ਹਾਂਜੀ, ਹਿਰਦੇ ਵਿਚਾਰ ਲਿਹੋ ਤੁਮ ਦੇਖੀ, ਤੁਸੀਂ ਵਿਚਾਰ ਕਰਕੇ ਵੇਖ ਲਓ, ਮਹਾਰਾਜ ਕਹਿਣ ਲੱਗੇ। ਹਾਂਜੀ, ਜਿਉ ਲੀਨੀ ਕੀਏ ਘਾਲ ਵਸੇਖੀ। ਮਹਾਰਾਜ ਕਹਿੰਦੇ ਇਸ ਵਡਿਆਈ ਨੂੰ ਲੈਣ ਵਾਸਤੇ ਉਹਨਾਂ ਕਾਲ ਕਮਾਈ ਵੀ ਫਿਰ ਕਿੰਨੇ ਕੀਤੀ ਜੀ। ਸਵੇਰੇ ਸਵਈਆਂ ਦੀ ਕਥਾ ਚੱਲ ਰਹੀ ਗੁਰੂ ਰਾਮਦਾਸ ਜੀ ਦੇ, ਤੇ ਉਹਦੇ ਵਿੱਚ ਅੱਜ ਜਿਹੜਾ ਸਵਈਆ ਆਇਆ ਸੀ ਨਾ, ਉਹ ਇਹੋ ਹੀ ਸੀਗਾ, ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕੋ। ਨਾਮ ਦੀ ਵਡਿਆਈ ਤਤ ਵਸਤੂ ਜਿਹੜੀ ਹੈ ਨਾ, ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਦਿੱਤੀ। ਕਿਵੇਂ ਦਿੱਤੀ? ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਦਿੱਤੀ, ਵੱਡੀ ਘਾਲਣਾ ਕੀਤੀ। ਉਸੇ ਤਰ੍ਹਾਂ ਘਾਲਣਾ ਗੁਰੂ ਅਮਰਦਾਸ ਜੀ ਨੇ ਕੀਤੀ, ਵਡਿਆਈ ਉਹਨਾਂ ਕੋ ਪਹੁੰਚੀ। ਉਸੇ ਤਰ੍ਹਾਂ ਘਾਲਣਾ ਗੁਰੂ ਰਾਮਦਾਸ ਜੀ ਨੇ ਕੀਤੀ, ਵਡਿਆਈ ਉਹਨਾਂ ਕੋ ਪਹੁੰਚੀ। ਹਾਂਜੀ, ਨਿਰਹੰਕਾਰ ਰਹਿਓ ਅਨੁਸਾਰੀ। ਮਹਾਰਾਜ ਕਹਿਣ ਲੱਗੇ ਲਹਿਣਾ ਜੀ ਨੇ ਕਿਉਂ ਵਡਿਆਈ ਪਾਈ? ਉਹ ਨਿਰਹੰਕਾਰ ਰਹੇ ਆ, ਸਾਡੀ ਆਗਿਆ ਦੇ ਵਿੱਚ ਰਹੇ। ਹਾਂਜੀ, ਹਿਰਦੇ ਸਦੀਵ ਸੇਵ ਜਿਸ ਪਿਆਰੀ। ਮਹਾਰਾਜ ਕਹਿਣ ਲੱਗੇ ਉਹਨਾਂ ਦੇ ਹਿਰਦੇ 'ਚ ਸਦਾ ਸੇਵਾ ਚੰਗੀ ਹੈ, ਉਹਨਾਂ ਨੂੰ ਪਿਆਰੀ ਹੈ, ਹੁਣ ਵੀ ਸੇਵਾ ਉਹਨਾਂ ਨੂੰ ਪਿਆਰੀ ਹੈ। ਹਾਂਜੀ, ਆਇਸ ਵਿਖੇ ਬਿਲਮ ਨਹਿ ਕੀਤੀ। ਸਾਡੀ ਆਗਿਆ ਵਿੱਚ ਉਹਨਾਂ ਦੇਰ ਹੀ ਨਹੀਂ ਕੀਤੀ, ਆਗਿਆ 'ਚ ਦੇਰ ਹੀ ਨਹੀਂ ਕੀਤੀ, ਹੁਕਮ ਮੰਨਣ ਵਿੱਚ ਚਿਰ ਹੀ ਨਹੀਂ ਲਾਇਆ ਜੀ। ਹਾਂਜੀ, ਸੂਦੀ ਹੋਏ ਅਥਵਾ ਵਿਪਰੀਤੀ। ਭਾਵੇਂ ਫਿਰ ਮਹਾਰਾਜ ਮੁਸਕਰਾ ਕੇ ਕਹਿੰਦੇ ਭਾਵੇਂ ਗੱਲ ਸਿੱਧੀ ਹੋਵੇ ਜਾਂ ਪੁੱਠੀ ਹੋਵੇ ਜੀ, ਉਹ ਮੁਰਦਾ ਖਾਣ ਵਾਲੀ ਗੱਲ। ਖੇਤ ਸਾੜ ਦਿਓ, ਅੰਨ ਸਾੜ ਦਿਓ, ਬੋਲ ਸਾੜ ਦਿਓ ਸਾਰਾ। ਹਾਂਜੀ, ਅਵਰ ਕਹੇ ਗੁਣ ਅੰਗਦ ਕੇਰੇ। ਹੋਰ ਕੁਝ ਗੁਣ ਮਹਾਰਾਜ ਗਰੀਬ ਨਵਾਜ ਜੀ ਨੇ ਕਹੇ ਗੁਰੂ ਅੰਗਦ ਸਾਹਿਬ ਦੇ ਹਨ। ਪੁੰਨ ਤੋਸ਼ਨ ਕੀਏ ਪ੍ਰਭੂ ਵਡੇਰੇ। ਫਿਰ ਮਹਾਰਾਜ ਗਰੀਬ ਨਵਾਜ ਸ਼ਾਂਤ ਚਿੱਤ ਬੈਠ ਗਏ। ਦੋਏ ਘਟੀ ਦੀਏ ਦਰਸ਼ਨ ਔਰੀ। ਤੇ 2 ਘੜੀਆਂ ਇਸ ਤਰੀਕੇ ਨਾਲ ਮਹਾਰਾਜ ਗਰੀਬ ਨਵਾਜ ਜੀ ਨੇ ਦਰਸ਼ਨ ਦਿੱਤੇ। ਨਰ ਹਜ਼ਾਰ ਬੰਦਹਿ ਕਰ ਜੋਰੀ। ਹਜ਼ਾਰਾਂ ਹੀ ਸਿੱਖ ਆਏ ਮੱਥਾ ਟੇਕਣ ਉਸ ਸਮੇਂ ਜੀ। ਮੱਥਾ ਟੇਕਿਆ ਮਹਾਰਾਜ ਗਰੀਬ ਨਵਾਜ ਆਪ ਜੀ, ਧੰਨ ਹੋ, ਇੰਨੀ ਵੱਡੀ ਕਰਾਮਾਤ ਕੀਤੀ ਮਹਾਰਾਜ ਸੱਚੇ ਪਾਤਸ਼ਾਹ। ਸੋ ਇਹ ਸਾਧ ਸੰਗਤ ਦੀ ਕਥਾ ਸੀ। ਅੱਗੋਂ ਫਿਰ ਹੋਰ ਜਿਵੇਂ ਪ੍ਰਸੰਗ ਤੁਰਦਾ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਅੱਜ ਦੀ ਕਥਾ 'ਚੋਂ ਤੱਤ ਲਿਓ। ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਸਭ ਤੋਂ ਵੱਡੀ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਹੈ। ਇੱਥੇ ਮਿਹਨਤਾਂ ਨਾਲ ਦਾਤਾਂ ਨੀਚੇ ਕਈ ਵਾਰੀ ਮਿਲਦੀਆਂ, ਇੱਥੇ ਦਾਤਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਮਿਹਰਾਂ ਨਾਲ ਮਿਲਦੀਆਂ। ਇਸ ਕਰਕੇ ਅਰਦਾਸ ਕਰਿਆ ਕਰੋ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ। ਜਿਨੇ ਮਿਹਰ ਮੰਗ ਲਈ, ਜਿਨੇ ਕਿਰਪਾ ਮੰਗ ਲਈ, ਉਹਨੇ ਸਭ ਕੁਝ ਹੀ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਪ੍ਰਾਪਤ ਕਰ ਲਿਆ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਸਾਡੇ ਤੇ ਮਿਹਰਾਂ ਕਰਨ, ਕਿਰਪਾ ਕਰਨ, ਬਖਸ਼ਿਸ਼ਾਂ ਕਰਨ। ਅਸੀਂ ਮਾੜੇ ਹੀ ਹਾਂ, ਤੇ ਜਿਵੇਂ ਵੀ ਜਾਣਦੇ ਹੋ ਨਾ ਮਹਾਰਾਜ ਗਰੀਬ ਨਵਾਜ ਉਵੇਂ ਹੀ ਬਖਸ਼ ਲਓ। ਅਰਦਾਸ ਕਰਿਆ ਕਰੋ, ਜਿਉਂ ਭਾਵੈ ਤਿਉਂ ਰਾਖ ਲੈ, ਹਮ ਸਰਣ ਪ੍ਰਭ ਆਏ ਰਾਮ ਰਾਜੇ। ਹਮ ਭੂਲ ਵਿਗਾੜ ਦਿਨ ਸਰਾਤ, ਦੇ ਮਤ ਸਮਝ ਆਏ। ਅਸੀਂ ਕੀ, ਅਸੀਂ ਦਿਨ ਰਾਤ ਭੁੱਲਾਂ ਕਰਨ ਵਾਲੇ, ਦਿਨ ਰਾਤ ਭੁੱਲਾਂ, ਖਿੰਨ ਖਿੰਨ ਭੁੱਲ ਹੁੰਦੀ ਹੈ। ਤੇ ਮਹਾਰਾਜ ਸ੍ਰੇਸ਼ਟ ਮਤ ਦੇ ਕੇ ਸਾਨੂੰ ਸਮਝਾਉਣ ਵਾਲੇ ਤੇ ਤੁਸੀਂ
ਸਾਡੇ ਤੇ ਮਿਹਰ ਕਰ ਦਿਓ, ਕਿਰਪਾ ਕਰ ਦਿਓ, ਬਖਸ਼ਿਸ਼ ਕਰ ਦਿਓ। ਮਹਾਰਾਜ ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਤੇ ਅੱਗੋਂ ਪ੍ਰਸੰਗ ਆਪਾਂ ਸੰਗਤ ਜੀ ਹੁਣ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।